ਵੀ ਜਦੋਂ ਅਸੀਂ ਥੀਏਟਰ ਕਰਦੇ ਸੀ ਤਾਂ ਮੇਰੇ ਫਾਦਰ ਸਾਹਿਬ ਨੇ ਜਦੋਂ ਲੇਟ ਵਾਪਸ ਆਉਣਾ ਤਾਂ ਮੈਨੂੰ ਕਹਿਣਾ ਕਿ ਤੂੰ 10 ਵਜੇ ਮੁੜਿਆ 11 ਵਜੇ ਮੁੜਿਆ, ਇਹੋ ਜਿਹਾ ਕਿਹੜਾ ਕੰਮ ਕਰਦਾ ਤੂੰ, ਲਿਆ ਮੈਨੂੰ ਦੱਸ, ਕੋਈ 100 50 500 2000 10,000 ਤੂੰ ਕੀ ਕਮਾਇਆ ਇੰਨੇ 'ਚ। ਸਾਡੇ ਸਮਾਜ ਦੇ ਵਿੱਚ ਬੰਦੇ ਨੂੰ ਉਹਦੀ ਇਨਕਮ ਦੇ ਹਿਸਾਬ ਨਾਲ ਇੱਜ਼ਤ ਦਿੱਤੀ ਜਾਂਦੀ ਹੈ। ਉਹਦੀ ਮੁੱਲ ਪਾਉਣ ਲਈ ਵੀ ਕਹਿੰਦੇ ਮਰਨਾ ਪੈਂਦਾ, ਮਰਨ ਤੋਂ ਬਾਅਦ ਲੋਕ ਕਹਿੰਦੇ ਨੇ ਕਿ ਤੁਸੀਂ ਬਹੁਤ ਚੰਗੇ ਸੀ। ਥੋੜ੍ਹਾ ਜਿਹਾ ਕਾਮਯਾਬ ਹੋਣ ਲੱਗਿਆ ਇਸ ਲਾਈਨ 'ਚ, ਮੈਨੂੰ ਥੋੜ੍ਹੇ 10-20 ਬੰਦੇ ਜਾਣਨ ਲੱਗੇ ਤਾਂ ਉਦੋਂ ਨੂੰ 2009 ਦੇ ਵਿੱਚ ਮੇਰੇ ਫਾਦਰ ਸਾਹਿਬ ਚਲੇ ਗਏ। ਅੱਜ ਬਸ ਮੈਂ ਸੋਚਦਾ ਵੀ ਜੇ ਉਹ ਹੁੰਦੇ ਤਾਂ ਸ਼ਾਇਦ ਖੁਸ਼ ਹੁੰਦੇ ਬਹੁਤ ਸਾਰਾ ਦੇਖ ਕੇ ਕਿ ਠੀਕ ਹੈ ਤੂੰ ਠੀਕ ਕੰਮ ਕਰਦਾ ਕਿ ਤੂੰ ਠੀਕ ਸੀ ਉਦੋਂ। ਆਪਣੇ ਕਮਰੇ 'ਚ ਬਹਿ ਕੇ ਬਹੁਤ ਜ਼ਿਆਦਾ ਰੋਇਆ, ਬੜਾ ਮਨ ਦੁਖੀ ਹੋਇਆ। ਰੋਟੀ ਪਾਣੀ ਮਨੁੱਖ ਦੀ ਨਿੱਜੀ ਲੋੜ ਹੈ, ਸਭ ਦੀ ਲੋੜ ਹੈ। ਜਦੋਂ ਪੌੜੀਆਂ ਉਤਰ ਲੱਗਿਆ ਤਾਂ ਪੌੜੀਆਂ ਉਤਰਦਾ ਉਹ ਪੌੜੀਆਂ 'ਚ ਹੀ ਗਿਰ ਗਿਆ। ਅਸੀਂ ਭੱਜ ਕੇ ਗਏ ਅਤੇ ਪਤਾ ਲੱਗਿਆ ਵੀ ਉਹਨੇ ਪਿਛਲੇ 2-3 ਦਿਨ ਤੋਂ ਕੁਝ ਖਾਧਾ ਨਹੀਂ ਸੀ। ਤਾਂ ਮੈਨੂੰ ਆਪਣੇ ਆਪ 'ਤੇ ਬੜੀ ਮਤਲਬ ਉਹ ਘਿਰਨਾ ਮਹਿਸੂਸ ਹੋਈ ਕਿ ਅਸੀਂ ਰੋਟੀ ਖਾਂਦੇ ਸੀ, ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਜਿਹੜਾ ਸਾਡੇ ਨਾਲ ਦਾ ਜੀ ਸਾਡੇ ਕੋਲ ਚਾਹ ਪਾਣੀ ਪੀਂਦਾ ਬਹਿ ਕੇ ਬੰਦਾ ਸਾਡੇ ਨਾਲ ਗੱਲਬਾਤ ਕਰਦਾ ਜਿਹੜਾ ਬੰਦਾ, ਅਤੇ ਉਹ ਇਹੋ ਜਿਹੀ ਹਾਲਤ ਵਿੱਚ ਰਹਿ ਰਿਹਾ ਹੈ। ਪਹਿਲੀ ਵਾਰ ਜਦੋਂ ਚੰਡੀਗੜ੍ਹ ਆਏ ਸੀ ਲੱਗਦਾ ਸੀ ਕਿ ਦੁਨੀਆ ਪਿੰਡ ਤੋਂ ਪਰੇ, ਕਿਤੇ ਮੇਰੇ ਛੋਟੇ ਜਿਹੇ ਸ਼ਹਿਰ ਤੋਂ ਪਰੇ ਚੰਡੀਗੜ੍ਹ ਦੁਨੀਆ ਵਸਦੀ ਹੈ, ਅਸੀਂ ਤਾਂ ਕਿਤੇ ਹੋਰ ਹੀ ਫਿਰੀ ਗਏ। ਫਿਰ ਦਿੱਲੀ ਜਾਣ ਦਾ ਮੌਕਾ ਲੱਗਿਆ, ਇਹ ਲੱਗਿਆ ਵੀ ਦੁਨੀਆ ਚੰਡੀਗੜ੍ਹ ਨਹੀਂ, ਦੁਨੀਆ ਦਿੱਲੀ ਵੀ ਰਹਿੰਦੀ ਹੈ। ਫਿਰ ਬੰਬੇ ਜਾਣ ਦਾ ਮੌਕਾ ਲੱਗਿਆ ਫਿਲਮ ਇੰਡਸਟਰੀ ਰਾਹੀਂ, ਉਦੋਂ ਪਤਾ ਲੱਗਿਆ ਕਿ ਚੰਡੀਗੜ੍ਹ ਦਿੱਲੀ ਛੱਡ ਕੇ ਦੁਨੀਆ ਤਾਂ ਬੰਬੇ ਰਹਿੰਦੀ ਹੈ। ਕੈਨੇਡਾ ਗਏ, ਆਸਟ੍ਰੇਲੀਆ, ਨਿਊਜ਼ੀਲੈਂਡ ਗਏ, ਫਿਰ ਪਤਾ ਲੱਗਿਆ ਕਿ ਨਹੀਂ, ਬੰਬੇ ਤੋਂ ਬਾਹਰ ਵੀ ਦੁਨੀਆ ਵਸਦੀ ਹੈ, ਬਾਹਰ ਵੀ ਲੋਕ ਰਹਿੰਦੇ ਨੇ, ਕਿ ਦੁਨੀਆ ਤਾਂ ਆ ਹੈ, ਇੱਥੇ ਲੋਕ ਜਿਉਂਦੇ ਨੇ, ਇੱਥੇ ਲੋਕ ਮਿਹਨਤਾਂ ਕਰਦੇ ਨੇ। ਇਹਨਾਂ ਲੋਕਾਂ ਨੇ ਆਪਣਾ ਆਲਾ ਦੁਆਲਾ ਆਪਣੀ ਮਿਹਨਤਾਂ ਨਾਲ ਸੋਹਣਾ ਬਣਾਇਆ। ਪੰਜਾਬ ਦਾ ਇੱਕ ਜ਼ਿਲ੍ਹਾ ਹੈ ਰੋਪੜ, ਜਿਹਨੂੰ ਰੂਪਨਗਰ ਕਿਹਾ ਜਾਂਦਾ। 8 ਨਵੰਬਰ 1975 ਨੂੰ ਮੇਰਾ ਜਨਮ ਹੋਇਆ। ਉਸ ਜ਼ਿਲ੍ਹੇ ਦੇ ਇੱਕ ਛੋਟਾ ਜਿਹਾ ਪਿੰਡ ਹੈ ਰੌਣੀ ਖੁਰਦ, ਭਾਖੜਾ ਨਹਿਰ ਦੇ ਕੰਢੇ 'ਤੇ ਛੋਟਾ ਜਿਹਾ ਪਿੰਡ ਵਸਿਆ ਹੋਇਆ। ਕੁੜੀ ਤੋਂ ਬਾਅਦ ਮੁੰਡਾ ਹੋਇਆ ਸੀ, ਘਰਦਿਆਂ ਨੇ ਬਹੁਤ ਖੁਸ਼ੀਆਂ ਮਨਾਈਆਂ। ਤਾਂ ਮੇਰੇ ਫਾਦਰ ਸਾਹਿਬ ਆਰਮੀ 'ਚ ਜੋਬ ਕਰਦੇ ਸੀ, ਬਾਹਰ ਰਹਿੰਦੇ ਸੀ ਲੰਬਾ ਸਮਾਂ। ਮੇਰੀ ਮਦਰ ਕਦੇ ਉਹਨਾਂ ਦੇ ਨਾਲ ਰਹਿੰਦੀ ਅਤੇ ਕਦੇ ਅਸੀਂ ਨਾਨਕੇ ਪਿੰਡ ਚਲੇ ਜਾਂਦੇ। ਅੱਜ ਕੱਲ੍ਹ ਮੋਹਾਲੀ ਜ਼ਿਲ੍ਹੇ ਦੇ ਵਿੱਚ ਪਿੰਡ ਆ ਉਹ ਮੇਰਾ ਨਾਨਕਾ ਪਿੰਡ, ਜਿਹਦਾ ਨਾਂ ਹੈ ਖੇੜਾ, ਪਿੰਡ ਦਾ ਨਾਂ ਹੈ। ਸਿਆਲਵਾ ਮਾਜਰੀ ਦੇ ਕੋਲ, ਮਾਜਰੀ ਬਲਾਕ ਤਹਿਸੀਲ ਦੇ ਵਿੱਚ ਪੈਂਦਾ। ਸੋ ਇਸ ਤਰ੍ਹਾਂ ਮੇਰਾ ਬਚਪਨ ਬੀਤਦਾ ਗਿਆ, ਕਦੇ ਪਿੰਡ ਰਹਿਣਾ, ਕਦੇ ਨਾਨਕੇ ਚਲੇ ਜਾਣਾ। ਤਾਂ ਜਦੋਂ ਮੇਰੀ ਪੜ੍ਹਾਈ ਸ਼ੁਰੂ ਹੋਣ ਦੀ ਗੱਲਬਾਤ ਆਈ ਤਾਂ ਮੇਰੀ ਮਦਰ ਨਾਨਕੇ ਸੀ, ਸੋ ਮੈਨੂੰ ਨਾਨਕੇ ਪੜ੍ਹਨ ਲਾਇਆ ਗਿਆ। ਸਾਰਾ ਪਿੰਡ ਮੈਨੂੰ ਬਹੁਤ ਪਿਆਰ ਕਰਦਾ ਸੀ, ਦੋਤਾ ਸੀ ਪਿੰਡ ਦਾ ਮੈਂ। ਕਿਸੇ ਦੇ ਘਰ ਵੀ ਚਲੇ ਜਾਣਾ, ਰੋਟੀ ਪਾਣੀ ਕਿਸੇ ਦੀ ਵੀ ਖਾ ਲੈਣੀ ਜਾ ਕੇ। ਉਸ ਤੋਂ ਬਾਅਦ ਕੀ ਹੋਇਆ ਕਿ ਮੇਰੇ ਫਾਦਰ ਸਾਹਿਬ ਨੇ ਰਿਟਾਇਰਮੈਂਟ ਨੇੜੇ ਆ ਗਈ ਸੀ, ਫੌਜ ਦੇ ਵਿੱਚ ਰਿਟਾਇਰਮੈਂਟ ਲੈਣੀ ਸੀ। ਤਾਂ ਉਹ ਰਿਟਾਇਰ ਹੋ ਕੇ ਜਦੋਂ ਮੇਰੇ ਪਿੰਡ ਪਹੁੰਚੇ ਤਾਂ ਮੈਨੂੰ ਇਹ ਕਿਹਾ ਕਿ ਵੀ ਆਪਾਂ ਹੁਣ ਪਿੰਡ ਜਾਵਾਂਗੇ। ਫਿਰ ਜਿਵੇਂ ਵਿਆਹ ਤੋਂ ਬਾਅਦ ਕਿਸੇ ਨੂੰ ਵਿਦਾ ਕਰਦੇ ਹੁੰਦੇ ਹਾਂ, ਤਾਂ ਮੈਨੂੰ, ਮੇਰੀ ਮਾਤਾ ਨੂੰ, ਸਾਨੂੰ ਉਵੇਂ ਸਾਡੇ ਨਾਨਕਿਆਂ ਨੇ ਫਿਰ ਦੁਬਾਰਾ ਇੱਕ ਵਾਰ ਵਿਦਾ ਕੀਤਾ। ਤਾਂ ਅਸੀਂ ਆਪਣੇ ਪਿੰਡ ਰੌਣੀ ਖੁਰਦ ਪਹੁੰਚੇ। ਰੋਪੜ ਜ਼ਿਲ੍ਹੇ ਵਿੱਚ ਪੈਂਦਾ ਪਿੰਡ ਇਹ। ਤਾਂ ਸਾਡੇ ਨਾਲ ਲੱਗਦਾ ਜਿੱਥੇ ਸਾਡਾ ਸਕੂਲ ਸੀ, ਹਾਈ ਸੈਕੰਡਰੀ ਸਕੂਲ, ਖੰਡ ਮਾਨਪੁਰ ਪਿੰਡ, ਅੱਜ ਕੱਲ੍ਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ 'ਚ ਪੈਂਦਾ, ਪਹਿਲਾਂ ਰੋਪੜ 'ਚ ਸੀ ਉਹ। ਉੱਥੇ ਫਿਰ ਮੈਂ ਆਪਣੀ 6ਵੀਂ ਕਲਾਸ ਦੀ ਪੜ੍ਹਾਈ ਸ਼ੁਰੂ ਕੀਤੀ। ਤਾਂ 6ਵੀਂ ਕਲਾਸ ਦੇ ਤੋਂ ਪੇਪਰ ਹੋਏ, ਸਾਡੇ ਸਕੂਲ ਦੇ ਵਿੱਚ ਬਾਲ ਮੇਲਾ ਲੱਗਿਆ। ਸਾਡੇ ਇਲਾਕੇ ਦੀ ਇੱਕ ਪਰਸਨੈਲਿਟੀ ਹੈ, ਸਾਡੇ ਇਲਾਕੇ ਦੇ ਵਿੱਦਿਆ ਸ਼ਾਸਤਰੀ ਨੇ, ਸਵਰਨ ਸਿੰਘ ਭੰਗੂ, ਮਾਸਟਰ ਕੁਲਦੀਪ ਜੀ, ਸਵਰਨ ਸਿੰਘ ਭੰਗੂ ਹੋਰਾਂ ਦੀ ਪੂਰੀ ਟੀਮ ਸੀ। ਇਹ ਮਿਲ ਕੇ ਇੱਕ ਬਾਲ ਮੇਲੇ ਕਰਵਾਇਆ ਕਰਦੇ ਸੀ। ਬਾਲ ਮੇਲਾ ਜਦੋਂ ਸਾਡੇ ਸਕੂਲ ਦੇ ਵਿੱਚ ਹੋਇਆ ਤਾਂ ਸਾਡੇ ਟੀਚਰ ਨੇ ਸਾਨੂੰ ਦੱਸਿਆ ਕਿ ਤੁਹਾਡੇ ਇਸ ਬਾਲ ਮੇਲੇ ਦੇ ਵਿੱਚ ਇੱਕ ਨਾਟਕ ਕਰਨ ਲਈ ਸੱਜਣ ਆ ਰਹੇ ਨੇ। ਸੋ ਨਾਟਕ ਕਰਨ ਲਈ ਜਿਹੜੇ ਸੱਜਣ ਆ ਰਹੇ ਨੇ, ਉਹਨਾਂ ਦਾ ਨਾਂ ਸਰਦਾਰ ਗੁਰਸ਼ਰਨ ਸਿੰਘ ਹੈ, ਜਿਨ੍ਹਾਂ ਨੂੰ ਅਕਸਰ ਲੋਕ ਭਾਈ ਮੰਨਾ ਸਿੰਘ ਦੇ ਨਾਂ ਨਾਲ ਜਾਣਦੇ ਨੇ। ਇਹ ਵੀ ਦੱਸਿਆ ਸੈਕਟਰੀ ਸਾਹਿਬ ਨੇ ਕਿ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਸੀ ਸਨ 1947 ਦੇ ਵਿੱਚ, 47 ਤੋਂ ਬਾਅਦ ਜਿਹੜਾ ਪਹਿਲਾ ਪ੍ਰੋਜੈਕਟ ਲੱਗਿਆ ਸਾਡੇ ਪੰਜਾਬ ਦੇ ਵਿੱਚ, ਉਹ ਭਾਖੜਾ ਡੈਮ, ਨੰਗਲ ਡੈਮ ਸੀ। ਉਸ ਭਾਖੜਾ ਡੈਮ ਨੂੰ ਬਣਾਉਣ ਵਾਲੇ ਜਿਹੜੇ 5 ਇੰਜੀਨੀਅਰ ਸੀ, ਉਹਨਾਂ 'ਚੋਂ ਇੱਕ ਇੰਜੀਨੀਅਰ ਸਰਦਾਰ ਗੁਰਸ਼ਰਨ ਸਿੰਘ ਹੋਰੀ ਸਨ। ਸੋ ਜਦੋਂ ਇਹ ਗੱਲ ਸਾਨੂੰ ਸੁਣਨ ਨੂੰ ਮਿਲੀ ਕਿ ਜਿਹੜੇ ਬੰਦਾ ਨਾਟਕ ਕਰਨ ਲੱਗਿਆ ਉਹ ਇੰਜੀਨੀਅਰ ਬੰਦਾ ਹੈ,
ਤਾਂ ਅਸੀਂ ਸੋਚਦੇ ਸੀ ਇੰਜੀਨੀਅਰ ਸ਼ਬਦ ਸਾਡੇ ਲਈ ਬਹੁਤ ਵੱਡਾ ਸੀ, ਕਿਉਂਕਿ ਅਸੀਂ ਤਾਂ ਅੰਗਰੇਜ਼ੀ ਸਾਨੂੰ 6ਵੀਂ ਕਲਾਸ 'ਚ ਆ ਕੇ ਲੱਗੀ ਸੀ। ਸੋ ਸਾਨੂੰ ਇਹ ਲੱਗਦਾ ਸੀ ਕਿ ਇੰਜੀਨੀਅਰ ਬੰਦਾ ਨਾਟਕ ਕਰਨ ਆ ਰਿਹਾ, ਜਾਂ ਤਾਂ ਅੰਗਰੇਜ਼ੀ 'ਚ ਨਾਟਕ ਕਰੂਗਾ ਜਾਂ ਫਿਰ ਕੋਈ ਐਡੇ ਭਾਰੇ ਭਾਰੇ ਸ਼ਬਦ ਬੋਲੂਗਾ ਜਿਹੜੇ ਸਾਨੂੰ ਸਮਝ ਨਹੀਂ ਆਉਣੇ। ਸੋ ਭਾਜੀ ਗੁਰਸ਼ਰਨ ਸਿੰਘ ਉਹਨਾਂ ਨੇ ਜਦੋਂ ਨਾਟਕ ਕੀਤਾ, ਇੰਨੀ ਸਰਲ ਭਾਸ਼ਾ ਵਿੱਚ ਨਾਟਕ ਸੀ ਕਿ 6ਵੀਂ ਕਲਾਸ ਦੇ ਬੱਚਿਆਂ ਨੂੰ ਵੀ ਸਮਝ ਆ ਗਿਆ। ਉਦੋਂ ਤੱਕ ਜ਼ਿੰਦਗੀ ਦਾ ਕੋਈ ਗੋਲ ਨਹੀਂ ਸੀ, ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ ਸੀ ਕਿ ਕੱਲ੍ਹ ਨੂੰ ਪੜ੍ਹ ਲਿਖ ਕੇ ਵੱਡੇ ਹੋ ਕੇ ਕੀ ਬਣਨਾ। ਸੋ ਨਾਟਕ ਦੇਖਣ ਤੋਂ ਬਾਅਦ ਇਹ ਲੱਗਿਆ ਕਿ ਆਹ ਕੰਮ ਬਹੁਤ ਕਮਾਲ ਦਾ। ਇਹ ਜਿਹੜਾ ਥੀਏਟਰ ਹੈ ਜਾਗਰੂਕਤੀ ਦਾ ਥੀਏਟਰ ਹੈ, ਇਹ ਲੋਕਾਂ ਨੂੰ ਆਪਣੇ ਰਾਈਟਸ ਦੱਸਦਾ ਕਿ ਤੁਹਾਡੇ ਅਧਿਕਾਰ ਕੀ ਨੇ। ਸੋ ਇਹ ਕੰਮ ਜ਼ਿੰਦਗੀ 'ਚ ਕਰਨਾ ਹੈ। ਬਸ ਜਦੋਂ ਨਾਟਕ ਖਤਮ ਹੋਏ ਤਾਂ ਮੈਂ ਭਾਜੀ ਨੂੰ ਮਿਲਿਆ, ਮੈਂ ਕਿਹਾ ਵੀ ਸਰ ਮੈਂ ਤੁਹਾਡੇ ਨਾਲ ਨਾਟਕ ਕਰਨਾ ਚਾਹੁੰਦਾ, ਮੈਂ ਜ਼ਿੰਦਗੀ 'ਚ ਇਹੀ ਕੰਮ ਕਰਨਾ ਚਾਹੁੰਦਾ। ਉਹ ਮੈਨੂੰ ਕਹਿੰਦੇ ਬੇਟਾ ਤੂੰ ਹਜੇ ਬਹੁਤ ਛੋਟਾ ਹੈ, ਜ਼ਿੰਦਗੀ 'ਚ ਪੜ੍ਹਾਈ ਬਹੁਤ ਜ਼ਰੂਰੀ ਹੈ, ਪੜ੍ਹ ਲੈ ਫਿਰ ਨਾਟਕ ਜ਼ਰੂਰ ਕਰੀ। ਮੈਂ ਕਿਹਾ ਜੀ ਪੜ੍ਹੀ ਵੀ ਜਾਵਾਂਗੇ ਨਾਲ ਦੀ ਨਾਟਕ ਕਰਾਂਗੇ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਇਲਾਕੇ 'ਚ ਸਾਡੇ ਬੰਦੇ ਨੇ, ਸਵਰਨ ਸਿੰਘ ਭੰਗੂ, ਮੈਡਮ ਗੁਰਪ੍ਰੀਤ ਕੌਰ ਭੰਗੂ ਦੇ ਹਸਬੈਂਡ ਨੇ, ਉਹ ਇਹ ਸਾਰੇ ਇਹੋ ਜਿਹੇ ਪ੍ਰੋਗਰਾਮ ਕਰਵਾਉਂਦੇ ਨੇ, ਤੁਸੀਂ ਉਹਨਾਂ ਟੱਚ 'ਚ ਰਹੋ। ਸੋ ਉਸ ਦਿਨ ਤੋਂ ਮੈਨੂੰ ਚੇਟਕ ਹੋਰ ਗੂੜੀ ਹੋ ਗਈ, ਜਿਹੜੀ ਪਹਿਲਾਂ ਵੀ ਮੈਨੂੰ ਕਿਤਾਬਾਂ ਦੇ ਵਿੱਚ ਕਹਾਣੀਆਂ ਜਾਂ ਲੇਖ ਪੜ੍ਹਨ ਦੇ ਸ਼ੌਂਕ ਹੁੰਦੇ ਸੀ। ਸੋ ਸਾਹਿਤ ਪੜ੍ਹਨ ਦਾ ਜਿਹੜਾ ਹੋਰ ਵੱਡਾ ਇੱਕ ਮਕਸਦ ਮਿਲ ਗਿਆ। ਸੋ ਉਹੀ ਦਿਨ ਸੀ ਮੇਰੀ ਕਲਾਕਾਰੀ ਦੀ ਸ਼ੁਰੂਆਤ ਦੀ। ਸੋ ਮੇਰੇ ਅੰਦਰ ਉਹ ਜਿਹੜਾ ਇੱਕ ਪਨਪਿਆ। ਸੋ ਸਾਡੇ ਪਿੰਡ ਦੇ ਜਿਹੜੇ ਮੁੰਡੇ ਸਾਈਕਲਾਂ 'ਤੇ ਅਸੀਂ ਪੜ੍ਹਨ ਆਉਂਦੇ ਸੀ, ਮੈਂ ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ ਨਾਟਕ ਦੇਖਿਆ? ਹਾਂ ਸਾਰੇ ਕਹਿੰਦੇ ਦੇਖਿਆ। ਮੈਂ ਕਿਹਾ ਆਪਾਂ ਨਾਟਕ ਕਿਉਂ ਨਾ ਕਰੀਏ। ਸੋ ਮੈਂ ਤੋਂ ਵੱਡੀ ਕਲਾਸ ਵਾਲੇ ਸੀ ਮੁੰਡੇ, ਸਾਡੇ ਸਾਥੀ ਕੁਲਬੀਰ ਹੋਰੀ ਸੀ, ਸੁਖਬੀਰ, ਹੋਰ ਕਈ ਮੁੰਡੇ ਸੀ। ਸੋ ਸਾਰਿਆਂ ਨੇ ਅਸੀਂ ਮਿਲ ਕੇ ਸੋਚਿਆ ਵੀ ਆਪਾਂ ਨਾਟਕ ਕਰਾਂਗੇ ਪਿੰਡ ਦੇ ਵਿੱਚ। ਸਾਨੂੰ ਪਤਾ ਨਹੀਂ ਸੀ ਨਾਟਕ ਹੁੰਦਾ ਕਿਵੇਂ। ਸੋ ਹੌਲੀ ਹੌਲੀ ਵੱਡੀਆਂ ਕਲਾਸਾਂ 'ਚ ਹੁੰਦੇ ਗਏ, ਭਾਜੀ ਨਾਲ ਨਾਟਕ ਕਰਨੇ ਸ਼ੁਰੂ ਕੀਤੇ, ਹੌਲੀ ਹੌਲੀ ਪਤਾ ਲੱਗਿਆ ਸਟੇਜ 'ਤੇ ਕਿਵੇਂ ਜਾਣ ਲੱਗੇ। ਅਸੀਂ ਆਪਣੇ ਪਿੰਡ ਦੇ ਵਿੱਚ ਹੀ ਆਪਣੇ ਮੁੰਡਿਆਂ ਨੇ 5-7 ਨੇ ਇੱਕ ਟੋਲੀ ਜਿਹੀ ਬਣਾ ਕੇ, ਸੋ ਸਾਡੇ ਸਿਲੇਬਸ ਦੇ ਵਿੱਚ ਇੱਕ ਇਕਾਂਗੀ ਹੁੰਦੀ ਸੀ ਧੰਨਾ ਸਿੰਘ ਬੱਬਰ ਨਾਂ ਦੀ, ਇੱਕ ਸੰਸੇ ਸੇਖੂ ਉਹਨਾਂ ਦੀ ਇਕਾਂਗੀ ਸੀ, ਦੂਜਾ ਵਿਆਹ। ਸੋ ਸਭ ਤੋਂ ਪਹਿਲਾ ਜਿਹੜਾ ਮੇਰਾ ਜ਼ਿੰਦਗੀ ਦਾ ਨਾਟਕ ਹੈ ਉਹ ਮੈਂ ਦੂਜਾ ਵਿਆਹ ਨਾਟਕ ਕੀਤਾ। ਕਮਾਲ ਦੀ ਗੱਲ ਇਹ ਹੈ ਕਿ ਉਦੋਂ ਮੇਰੇ ਦਾੜੀ ਨਹੀਂ ਸੀ ਹੁੰਦੀ, ਸਰੀਰ ਮੇਰਾ ਐਵੇਂ ਭਰਮਾ ਸੀ। ਤਾਂ ਜਿਹੜਾ ਪਹਿਲਾ ਨਾਟਕ ਮੈਂ ਜ਼ਿੰਦਗੀ 'ਚ ਕੀਤਾ, ਉਸ ਨਾਟਕ ਦੇ ਵਿੱਚ ਮੈਂ ਇੱਕ ਬੁੱਢੀ ਔਰਤ ਦਾ ਰੋਲ ਕੀਤਾ ਸੀ। ਅਤੇ ਉਹ ਆਪਣੇ ਪਿੰਡ ਹੀ ਅਸੀਂ ਸ਼ੋਅ ਕੀਤਾ ਉਹਦਾ। ਪਹਿਲਾਂ ਕੁਛ ਅਸੀਂ 5-7 ਬੰਦਿਆਂ ਨੂੰ ਰੈਸਲ ਦਿਖਾਈ, ਉਸ ਤੋਂ ਬਾਅਦ ਪਿੰਡ ਹੀ ਸ਼ੋਅ ਕੀਤਾ। ਤਾਂ ਜਦੋਂ ਨਾਟਕ ਖਤਮ ਹੋਇਆ ਤਾਂ ਲੋਕ ਸਟੇਜ ਦੇ ਪਿੱਛੇ ਆਉਂਦੇ ਸਾਡੇ ਪਿੰਡ ਵਾਲੇ, ਵੀ ਬੁੱਢੀ ਕੌਣ ਸੀ, ਉਹ ਮਲਾਓ ਕਿੱਥੋਂ ਦੀ, ਉਹ ਕੌਣ ਸੀ। ਬਾਅਦ 'ਚ ਲੋਕਾਂ ਨੂੰ ਪਤਾ ਲੱਗਿਆ ਵਿੱਚ ਤਾਂ ਸਾਡੇ ਪਿੰਡ ਦੇ ਮੁੰਡਾ ਸੀ। ਸੋ ਇਸ ਤਰ੍ਹਾਂ ਕਰਕੇ ਜ਼ਿੰਦਗੀ ਦੇ ਵਿੱਚ ਕਲਾ ਦੀ ਸ਼ੁਰੂਆਤ ਹੁੰਦੀ ਹੈ। ਫਿਰ ਨਾਟਕ ਕਰਦੇ ਗਏ, ਦੂਜੇ ਸਾਲ ਫਿਰ ਪਿੰਡ 'ਚ ਨਾਟਕ ਕੀਤਾ। ਫਿਰ ਭਾਜੀ ਗੁਰਸ਼ਰਨ ਸਿੰਘ ਨਾਲ ਨਾਟਕ ਸ਼ੁਰੂ ਕੀਤੇ। ਫਿਰ ਇੱਕ ਦਿਨ ਭਾਜੀ ਹੋਰੀ ਕਹਿੰਦੇ ਆ ਕੇ ਕਿ ਬਈ ਤੁਹਾਡੇ ਇਲਾਕੇ ਦੇ ਵਿੱਚ ਸਾਡੇ ਬੰਦੇ ਨੇ, ਸਾਡੀ ਸੋਚ ਦੇ ਲੋਕ ਰਹਿੰਦੇ ਨੇ, ਸੋ ਆਪਾਂ ਉਹਨਾਂ ਨੂੰ ਮਿਲ ਕੇ ਤੁਸੀਂ ਉੱਥੇ ਇੱਕ ਆਪਣਾ ਸੈਂਟਰ ਕਾਇਮ ਕਰੋ। ਸੋ ਸਾਨੂੰ ਦੁਬਾਰਾ ਫਿਰ ਭਾਜੀ ਹੋਰਾਂ ਨੇ ਮੈਡਮ ਗੁਰਪ੍ਰੀਤ ਕੌਰ ਭੰਗੂ, ਸਵਰਨ ਸਿੰਘ ਭੰਗੂ ਹੋਰੀ, ਹੋਰ ਕਈ ਸੱਜਣ ਸੀ, ਉਹਨਾਂ ਨੂੰ ਮਿਲਵਾਇਆ। ਅਤੇ ਚਮਕੌਰ ਸਾਹਿਬ ਦੀ ਧਰਤੀ 'ਤੇ ਉਹ ਰਹਿੰਦੇ ਸੀ ਅਤੇ ਮੇਰਾ ਪਿੰਡ ਵੀ ਚਮਕੌਰ ਸਾਹਿਬ ਦੇ ਨੇੜੇ ਸੀ। ਸੋ ਸਾਨੂੰ ਕਿਹਾ ਕਿ ਤੁਸੀਂ ਇੱਥੇ ਗਰੁੱਪ ਬਣਾ ਕੇ ਇੱਥੇ ਇੱਕ ਆਪਣਾ ਕੰਮ ਸ਼ੁਰੂ ਕਰੋ। ਸੋ ਚੇਤਨਾ ਕਲਾ ਮੰਚ ਨਾਂ ਦੀ ਸੰਸਥਾ ਚਮਕੌਰ ਸਾਹਿਬ ਦੇ ਵਿੱਚ ਬਣਾ ਕੇ ਉੱਥੇ ਅਸੀਂ ਕੰਮ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਜਿਹੜੀ ਇਹ ਸੰਸਥਾ ਸੀ, ਸਵਰਨ ਸਿੰਘ ਭੰਗੂ ਹੋਰੀ ਸੰਗਠਿਤ ਹੋ ਕੇ ਕਾਫੀ ਸਾਰੇ ਇਲਾਕੇ ਦੇ ਲੋਕਾਂ ਦੇ ਨਾਲ ਹੜ੍ਹ ਪੀੜਤਾਂ ਦੀ ਸੇਵਾ ਕਰਨੇ, ਜਾਂ ਐਜੂਕੇਸ਼ਨ ਲਈ ਚੰਗੇ ਉਪਰਾਲੇ ਕਰਨੇ, ਜਾਂ ਹੋਰ ਸਮਾਜ ਨੂੰ ਸੋਹਣਾ ਬਣਾਉਣ ਲਈ ਜਿਹੜੀਆਂ ਚੀਜ਼ਾਂ ਕਰ ਸਕਦੇ ਸੀ, ਉਹ ਉਪਰਾਲਿਆਂ ਦੇ ਵਿੱਚ ਆਪਣਾ ਹਿੱਸਾ ਯੋਗਦਾਨ ਬੜਾ ਪਾ ਰਹੇ ਸੀ। ਸੋ ਉਹਨਾਂ ਨੂੰ ਜਦੋਂ ਅਸੀਂ ਆਪਣੀ ਇੱਛਾ ਜ਼ਾਹਰ ਕੀਤੀ, ਭਾਜੀ ਨੇ ਗੱਲ ਕੀਤੀ, ਤਾਂ ਉਹਨਾਂ ਨੂੰ ਲੱਗਿਆ ਕਿ ਅਸੀਂ ਆਪਣੀ ਇੱਕ ਕਲਾ ਦਾ ਇੱਕ ਵਿੰਗ ਬਣਾਉਂਦੇ ਹਾਂ, ਜਿਹਦੇ ਕਲਾ ਦੇ ਰਾਹੀਂ ਅਸੀਂ ਲੋਕਾਂ ਦੇ ਵਿੱਚ ਪ੍ਰਚਾਰ ਕਰਾਂਗੇ ਚੰਗੀਆਂ ਚੀਜ਼ਾਂ, ਚੰਗੀਆਂ ਗੱਲਾਂ ਦਾ। ਸੋ ਉਸ ਦੌਰਾਨ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਨੂੰ ਬਹੁਤ ਸਾਰੇ ਜਿਹੜੇ ਸਾਡੇ ਸਿੱਖਿਅਕ, ਜਿਹੜੇ ਸਾਡੇ ਡਿਗਰੀ ਹੋਲਡਰ ਜਾਂ ਉਸ ਟਾਈਮ ਥੀਏਟਰ ਦੀ MA ਕਰਦੇ ਸੀ, ਮਾਸਟਰ ਡਿਗਰੀਜ਼ ਕਰਦੇ ਸੀ, ਜਿਨ੍ਹਾਂ ਦੇ ਵਿੱਚ ਕੁਮਾਰ ਪਵਨਦੀਪ, ਰਾਣਾ ਰਣਬੀਰ, ਲੱਖਾ ਲਹਿਰੀ, ਰਾਜੇਸ਼ ਭਾਜੀ, ਸੰਜੂ ਸੋਲੰਕੀ, ਇਹ ਸਾਰੇ ਤਾਂ ਬਹੁਤ ਸਾਰੇ ਲੋਕ, ਸੈਮੂਅਲ ਜੌਨ, ਬਹੁਤ ਸਾਰੇ ਲੋਕਾਂ ਦੇ ਨਾਲ ਕੰਮ ਕਰਨ ਦਾ ਮੌਕਾ ਲੱਗਿਆ। ਸੋ ਉੱਥੋਂ ਪਤਾ ਲੱਗਿਆ ਕਿ ਨਾਟਕ ਹੁੰਦਾ ਕੀ ਹੈ। ਸੋ ਲੰਬਾ ਟਾਈਮ ਅਸੀਂ ਨਾਟਕ ਕੀਤੇ, ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਨਾਟਕ ਕੀਤੇ, ਅਲੱਗ-ਅਲੱਗ ਕਸਬਿਆਂ 'ਚ ਨਾਟਕ ਕੀਤੇ, ਪੰਜਾਬ ਤੋਂ ਬਾਹਰ ਦੂਜੀਆਂ ਸਟੇਟਾਂ ਜਾ ਕੇ ਨਾਟਕ ਕੀਤੇ। ਸੋ ਸਾਡੀ ਇੱਕ ਪਛਾਣ ਉਹ ਜਿਹੀ ਬਣ ਗਈ ਕਿ ਨਾਟਕ ਕਰਨ ਵਾਲੇ ਬੰਦੇ ਨੇ। ਅੱਜ ਜਿਹੜੇ ਨਾਂ ਮੇਰਾ ਮਾਰਕੀਟ ਦੇ ਵਿੱਚ ਲੋਕ ਜਿਹੜੇ ਨਾਂ ਨਾਲ ਮੈਨੂੰ ਜਾਣਦੇ ਨੇ, ਦੁਨੀਆ ਮੈਨੂੰ ਜਾਣਦੀ ਹੈ ਜਿੰਨੀ ਕੁ, ਉਹ ਮੈਨੂੰ ਮਲਕੀਤ ਰੌਣੀ ਦੇ ਨਾਲ ਜਾਣਦੇ। ਰੌਣੀ ਮੇਰੇ ਪਿੰਡ ਦਾ ਨਾਂ ਹੈ। ਮੇਰਾ ਜਦੋਂ ਅਖਬਾਰ 'ਚ ਅਸੀਂ ਨਾਟਕ ਕਰਦੇ ਸੀ, 9 ਸ਼ਬਦਾਂ ਸੀ ਮਲਕੀਤ ਸਿੰਘ। ਤਾਂ ਫਿਰ ਹੌਲੀ ਹੌਲੀ ਜਿਹੜੇ ਸਾਡੇ ਇਲਾਕੇ ਦੇ ਕੋਈ ਪੱਤਰਕਾਰ ਸੀ, ਮੋਰਿੰਡੇ ਸ਼ਹਿਰ ਦੇ ਜਾਂ ਚਮਕੌਰ ਸਾਹਿਬ ਦੇ ਜਾਂ ਰੋਪੜ ਦੇ,
ਜਿਹੜੇ ਹੋਰ ਪੱਤਰਕਾਰ ਸੀ ਨੇੜੇ ਦਾ ਭਾਈਚਾਰਾ, ਉਹ ਮੇਰੇ ਨਾਂ ਦੇ ਨਾਲ ਉਹਨੇ ਆਪਣੇ ਆਪ ਹੀ ਮਲਕੀਤ ਰੌਣੇ ਲਿਖਣਾ ਸ਼ੁਰੂ ਕਰ ਦਿੱਤਾ। ਮੇਰੇ ਤੋਂ ਵੱਡੀ ਮੇਰੀ ਸਿਸਟਰ ਸੀ, ਮੈਂ ਪਹਿਲਾਂ ਜ਼ਿਕਰ ਕੀਤਾ। ਸੋ ਘਰਦਿਆਂ ਨੂੰ ਇਹ ਲੱਗਦਾ ਸੀ ਕਿ ਵੱਡੀ ਸਿਸਟਰ ਦਾ ਵਿਆਹ ਕਰਨਾ ਹੈ, ਕਿ ਤੇਰਾ ਵਿਆਹ ਵੀ ਨਾਲ ਹੀ ਕਰ ਦਿੰਦੇ ਹਾਂ, 2 ਵਿਆਹ ਇਕੱਠੇ ਕਰਾਂਗੇ, ਥੋੜ੍ਹਾ ਖਰਚਾ ਬਚ ਜਾਊਗਾ। ਮੱਧ ਵਰਗੀ ਕਿਸਾਨੀ ਨੂੰ ਮੈਂ ਬਿਲੋਂਗ ਕਰਦਾ। ਸੋ ਸਾਡਾ ਖਾਨਦਾਨ ਜਿਹੜਾ ਰਿਹਾ ਹੈ, ਉਹ ਖਾਨਦਾਨ 'ਚੋਂ ਇੱਕ ਮਤਲਬ ਜਿਹੜਾ ਜੀ ਹੈ, ਪਰਸਨ ਹੈ, ਉਹ ਹਮੇਸ਼ਾ ਫੌਜ 'ਚ ਭਰਤੀ ਹੁੰਦਾ ਸੀ। ਮੇਰੇ ਫਾਦਰ ਸਾਹਿਬ, ਜਿਵੇਂ ਦੱਸਿਆ, ਫੌਜ ਸੀ। ਮੇਰੇ ਦਾਦਾ ਜੀ ਫੌਜ ਸੀ, ਅਤੇ ਮੇਰੇ ਦਾਦਾ ਜੀ ਦੇ ਚਾਚਾ ਜੀ ਵੀ ਫੌਜ ਸੀ। ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਕਿ ਮੇਰੇ ਦਾਦਾ ਦੇ ਚਾਚਾ ਜੀ ਸੀ ਜਿਹੜੇ ਸਰਦਾਰ ਗੱਜਾ ਸਿੰਘ, ਉਹ ਜਿਹੜਾ ਆਪਾਂ ਕਹਿੰਦੇ ਕਿ ਇਹ ਸਾਰਾਗੜ੍ਹੀ ਦਾ ਮੋਰਚਾ ਹੈ, ਮਤਲਬ ਉਸ ਫੌਜ ਦੇ ਵਿੱਚ ਰਹੇ ਨੇ। ਦਰਦਨਿਆਲ ਦਾ ਮੋਰਚੇ 'ਚ ਮੇਰੇ ਖਿਆਲ ਉਹਨਾਂ ਦੀ ਇੱਦਾਂ ਦੱਸਣ 'ਚ ਆਇਆ, ਸਾਨੂੰ ਸੁਣਨ 'ਚ ਆਇਆ। ਸੋ ਇਸ ਤਰ੍ਹਾਂ ਕਰਕੇ ਫੌਜੀਆਂ ਦਾ ਲਾਣਾ ਵੱਜਦਾ ਸੀ। ਮਤਲਬ ਸਾਡੇ ਘਰਾਂ ਦੇ ਵਿੱਚ ਬਹੁਤ ਸਾਰੇ ਲੋਕ ਫੌਜੀ ਸੀ। ਸੋ ਮੇਰੇ ਪਰਿਵਾਰ ਦੀ ਇੱਛਾ ਸੀ ਵੀ ਇਹ ਪੜ੍ਹ ਲਿਖ ਕੇ ਫੌਜ 'ਚ ਭਰਤੀ ਹੋਵੇ, ਕਿਉਂਕਿ ਸਾਡੇ ਖਾਨਦਾਨ 'ਚੋਂ ਹਰ ਇੱਕ ਜੀ ਫੌਜ 'ਚ ਭਰਤੀ ਹੁੰਦਾ ਸੀ। ਸੋ ਮੈਂ ਵੀ ਫੌਜ ਭਰਤੀ ਹੋਣ ਲਈ ਗਿਆ। ਲੁਧਿਆਣੇ ਜਦੋਂ ਭਰਤੀ ਲਈ ਸਿਲੈਕਟ ਹੋਇਆ ਤਾਂ ਉਸ ਤੋਂ ਬਾਅਦ ਡਾਕਟਰੀ ਹੋਣੀ ਸੀ। ਡਾਕਟਰੀ ਜਦੋਂ ਹੋਣ ਲੱਗੀ ਤਾਂ ਕਿਸੇ ਨੇ ਬੰਦਾ ਉੱਥੇ ਕੋਈ ਪੈਰ ਜੇ ਮਲਦਾ ਆਇਆ ਅਤੇ ਮੇਰੇ ਫਾਦਰ ਸਾਹਿਬ ਨੂੰ ਕਹਿੰਦਾ ਵੀ ਇਹ ਤੁਹਾਡਾ ਮੁੰਡਾ? ਉਹ ਕਹਿੰਦੇ ਹਾਂਜੀ ਮੇਰਾ ਮੁੰਡਾ ਹੈ। ਉਹ ਕਹਿੰਦੇ ਵੀ ਲਿਆਓ, ਮੈਂ ਸਾਰਾ ਕੁਛ ਕਰਵਾ ਦੇਣਾ, ਵੀ 10,000 ਰੁਪਏ ਲੱਗੂਗਾ। ਤਾਂ ਮੇਰੇ ਫਾਦਰ ਸਾਹਿਬ ਨੇ ਲਾਈਨ 'ਚ ਖੜ੍ਹੇ ਨੇ ਮੈਨੂੰ ਬਾਂਹ ਤੋਂ ਫੜ ਕੇ ਬਾਹਰ ਕੱਢ ਲਿਆ। ਕਹਿੰਦੇ ਵੀ ਇਹ ਬੰਦੇ ਵੀ ਇੱਥੇ, ਵੀ ਮੈਂ ਤਾਂ ਆਪ ਫੌਜ 'ਚ ਰਿਹਾ, ਜੇ ਪੈਸੇ ਮੰਗਣ ਲੱਗ ਗਏ ਆਪਾਂ ਫੌਜ 'ਚ ਭਰਤੀ ਨਹੀਂ ਹੋਣਾ। ਸੋ ਪਤਾ ਨਹੀਂ ਉਹ ਸਬਾਬੀ ਸੀ ਜੀ, ਅਸੀਂ ਉੱਥੋਂ ਵਾਪਸ ਆ ਗਏ। ਸੋ ਕਾਲਜ 'ਚ ਪੜ੍ਹਦੇ ਹੋਏ ਨਾਟਕਾਂ 'ਚ ਸਿਲਸਿਲਾ ਜਾਰੀ ਰਿਹਾ। ਸੋ ਇਨ ਬਿਟਵੀਨ ਕੀ ਹੁੰਦਾ ਹੈ ਕਿ ਸੈਂਟਰੀ ਹੋ ਜਾਂਦੀ ਹੈ ਦੂਰਦਰਸ਼ਨ ਦੇ ਨਾਟਕਾਂ ਦੇ ਵਿੱਚ ਹੌਲੀ ਹੌਲੀ। ਫਿਰ ਜਿਹੜੇ ਪ੍ਰਾਈਵੇਟ ਚੈਨਲ ਆਉਂਦੇ ਨੇ, ਉਹਨਾਂ ਦੇ ਨਾਟਕ ਬਣਦੇ ਨੇ, ਸੀਰੀਅਲਸ ਬਣਦੇ ਨੇ, ਉਹਦੇ ਵਿੱਚ ਛੋਟੇ ਮੋਟੇ ਰੋਲ ਮਿਲਣੇ ਸ਼ੁਰੂ ਹੋ ਗਏ। ਕਿਉਂਕਿ ਜਦੋਂ ਸਟੇਜ ਪਲੇਅ ਕਰਦੇ ਸੀ, ਪਲੇਅ ਕਰਦਿਆਂ ਨੂੰ ਬਹੁਤ ਸਾਰੀਆਂ ਜਿਹੜੇ ਸਾਡੇ ਸ਼ੋਅ ਹੁੰਦੇ ਸੀ, ਚੰਡੀਗੜ੍ਹ 'ਚ ਵੀ ਹੁੰਦੇ ਸੀ, ਅਲੱਗ-ਅਲੱਗ ਸ਼ਹਿਰਾਂ 'ਚ, ਉੱਥੇ ਡਾਇਰੈਕਟਰ ਸਾਹਿਬਾਨ ਦੇਖਦੇ ਸੀ। ਸੋ ਇਸ ਦੌਰਾਨ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਜਦੋਂ ਮੈਂ ਪਹਿਲਾਂ ਵੀ ਗੱਲ ਕੀਤੀ, ਜਿਹੜਾ ਥੋੜ੍ਹਾ ਸੰਕਲਪ ਮਨ ਦੇ ਵਿੱਚ ਤੁਸੀਂ ਧਾਰ ਲੈਂਦੇ ਹੋ ਕਿ ਮੈਂ ਆਹ ਬਣਨਾ ਹੈ, ਫੈਮਿਲੀ ਮੈਂਬਰ ਸਾਹਿਬਾਨ ਜਾਂ ਸਾਡਾ ਸਮਾਜ ਨੇ ਤੁਹਾਡੇ ਬਾਰੇ ਕੋਈ ਹੋਰ ਸੋਚਿਆ ਹੁੰਦਾ। ਉਹਨਾਂ ਨੂੰ ਕਈ ਵਾਰ ਇਹ ਲੱਗਦਾ ਹੁੰਦਾ ਵੀ ਠੀਕ ਹੈ, ਜੱਟਾਂ ਦਾ ਮੁੰਡਾ ਹੈ ਜੀ, ਕਿਸਾਨੀ ਪਰਿਵਾਰ ਨਾਲ ਸੰਬੰਧਿਤ ਹੈ। ਪਹਿਲੀ ਗੱਲ ਤਾਂ ਹਰ ਪਰਿਵਾਰ ਇਹ ਚਾਹੁੰਦਾ ਹੁੰਦਾ ਕਿ ਸਾਡਾ ਬੱਚਾ ਪੜ੍ਹ ਲਿਖ ਕੇ ਕੋਈ ਨਾ ਕੋਈ ਨੌਕਰੀ ਕਰੇ, ਕੋਈ ਅਫਸਰ ਬਣੇ। ਚਲੋ ਸਾਡੇ ਬਾਰੇ ਇਹ ਸੋਚਿਆ ਜਾਂਦਾ ਕਿ ਜੇ ਨੌਕਰੀ ਨਹੀਂ ਮਿਲਦੀ ਤਾਂ ਘਰ ਦੀ ਖੇਤੀਬਾੜੀ ਹੈ, ਖੇਤੀਬਾੜੀ ਕਰਨ ਲੱਗ ਜੇ। ਫਿਰ ਮੈਂ ਜਦੋਂ ਨਾਲ ਦੀ ਨਾਲ ਖੇਤੀ ਵੀ ਕਰਦਾ ਸੀ, ਪੜ੍ਹਦੇ ਵੀ ਸੀ, ਕਿਉਂਕਿ ਮੈਨੂੰ ਇੱਕ ਚਾਹੀਦਾ ਸੀ ਬਹਾਨਾ ਘਰੋਂ ਜਾਣ ਲਈ, ਰਿਹਰਸਲਸ ਕਰਨ ਲਈ। ਤਾਂ ਅਸੀਂ ਨਾਲ ਦੇ ਪਿੰਡ ਠੇਕੇ 'ਤੇ ਜ਼ਮੀਨ ਲੈ ਲਈ। ਜਿਹੜੀ ਜ਼ਮੀਨ ਹੈ, ਜਾਂ ਕਦੋਂ ਅਸੀਂ ਕਈ ਵਾਰ ਧਾਨ ਬੀਜਦੇ ਹਾਂ ਜਾਂ ਕਣਕ ਬੀਜਦੇ ਹਾਂ, ਚਲੋ ਹੋਰ ਫਸਲਾਂ ਦਾ ਸਰ ਜਾਂਦਾ, ਧਾਨਾਂ ਨੂੰ ਥੋੜ੍ਹੀ ਜਿਹੀ ਵੱਧ ਰਖਵਾਲੀ ਦੀ, ਵੱਧ ਸਮੇਂ ਦੀ ਲੋੜ ਹੁੰਦੀ ਹੈ। ਸੋ ਪੰਗਾ ਇਹ ਪਿਆ ਕਿ ਸਾਡੀ ਰਿਹਰਸਲ ਦਾ ਟਾਈਮ ਹੁੰਦਾ ਸੀ ਅਤੇ ਉੱਧਰੋਂ ਪਿੱਛੇ ਮੋਟਰ ਦੀ ਬਿਜਲੀ ਬੁਜਲੀ ਕਿਤੇ ਅੱਗੇ ਪਿੱਛੇ ਆ ਜਾਣੀ, ਕਦੇ ਇੰਜਨ ਚਲਾਉਣਾ ਹੁੰਦਾ ਸੀ ਅਤੇ ਉਹ ਪਾਣੀ ਪੂਣੀ ਸੁੱਕ ਗਿਆ। ਅਤੇ ਮਤਲਬ 2-3 ਸਾਲ ਇੱਦਾਂ ਹੋਇਆ ਕਿ ਉਹ ਸਾਨੂੰ ਫਸਲ ਵਾਹੁਣੀ ਪਈ। ਸੋ ਕਾਫੀ ਫਿਰ ਘਰ ਦੇ ਵੀ ਨਾਰਾਜ਼ ਹੋਏ ਇਸ ਗੱਲੋਂ ਵੀ ਤੈਨੂੰ ਕਿਹੜੇ ਕੰਮ ਲਈ ਭੇਜਿਆ, ਤੂੰ ਕੀ ਕਰਦਾ ਫਿਰਦਾ ਹੈ। ਕਈ ਵਾਰ ਫੜੇ ਵੀ ਗਏ ਕਿ ਅਸੀਂ ਰਿਹਰਸਲ ਕਰਨ ਗਏ ਹੋਏ ਹਾਂ, ਅਤੇ ਘਰਦਿਆਂ ਨੂੰ ਇਹ ਲੱਗਦਾ ਵੀ ਉਹ ਮੁੰਡਾ ਸਾਡਾ ਖੇਤ ਦੇ ਵਿੱਚ ਕੰਮ ਕਰਦਾ, ਉੱਥੇ ਖੇਤ 'ਚ ਗਿਆ ਹੋਇਆ। ਸੋ ਇਸ ਤਰ੍ਹਾਂ ਦਾ ਸਟਰਗਲ ਪੀਰੀਅਡ ਰਿਹਾ। ਫਿਰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ, ਵਿਆਹ ਦੀ ਗੱਲ ਸ਼ੁਰੂ ਹੁੰਦੀ ਹੈ ਅਤੇ ਘਰਦਿਆਂ ਨੂੰ ਲੱਗਦਾ ਕਿ ਭੈਣ ਦੇ ਵਿਆਹ ਦੇ ਨਾਲ ਹੀ ਵਿਆਹ ਕਰ ਦਈਏ ਤਾਂ ਖਰਚਾ ਪਰਚਾ ਬਚ ਜਾਊਗਾ। ਸੋ ਮੈਂ ਇਸ ਗੱਲੋਂ ਨਾਰਾਜ਼ ਸੀ ਕਿ ਮੈਂ ਥੋੜ੍ਹਾ ਜਿਹਾ ਐਂ ਵੀ ਕੀਤਾ ਕਿ ਜੇ ਤੁਸੀਂ ਵਿਆਹ ਕਰੋਗੇ ਫਿਰ ਮੈਂ ਪੜ੍ਹਨ ਤੋਂ ਹਟ ਜਾਊਂਗਾ। ਘਰਦੇ ਕਹਿੰਦੇ ਠੀਕ ਹੈ, ਫਿਰ ਤੂੰ ਹਟ ਜਾ, ਤਾਂ ਕੀ ਹੈ, ਨੌਕਰੀ ਕਰਨੀ ਕਰ ਲੈ, ਨਹੀਂ ਨੌਕਰੀ ਨਹੀਂ ਕਰਨੀ ਤਾਂ ਖੇਤੀਬਾੜੀ ਕਰਨ ਲੱਗ ਜਾ। ਸੋ ਬਹੁਤ ਛੋਟੀ ਦੁਨੀਆ ਸੀ। ਚੰਡੀਗੜ੍ਹ ਨਹੀਂ ਸੀ ਕਦੇ ਆਏ, ਜਦੋਂ ਪੜ੍ਹਦੇ ਸੀ ਚੰਡੀਗੜ੍ਹ ਆਏ ਤਾਂ ਪਤਾ ਲੱਗਿਆ ਵੀ ਦੁਨੀਆ ਚੰਡੀਗੜ੍ਹ ਵੱਸਦੀ ਹੈ। ਇਸ ਤਰ੍ਹਾਂ ਇੱਕ ਵਾਰ ਫਿਰ ਜ਼ਿੰਦਗੀ ਦੇ ਵਿੱਚ ਦਿੱਲੀ ਜਾਣ ਦਾ ਮੌਕਾ ਮਿਲਿਆ, ਫਿਰ ਪਤਾ ਲੱਗਿਆ ਵੀ ਇਕੱਲੀ ਚੰਡੀਗੜ੍ਹ ਨਹੀਂ, ਦੁਨੀਆ ਦਿੱਲੀ ਵੀ ਰਹਿੰਦੀ ਹੈ। ਸੋ ਇਸ ਤਰ੍ਹਾਂ ਜਿਵੇਂ ਜਿਵੇਂ ਮਹਾਨਗਰ ਜਾਂ ਦੁਨੀਆ ਦੇ ਵਿੱਚ ਜਾਂਦੇ ਗਏ, ਪਤਾ ਲੱਗਿਆ ਕਿ ਦੁਨੀਆ ਕਿਤੇ ਹੋਰ ਬਹੁਤ ਅੱਗੇ ਰਹਿੰਦੀ ਹੈ। ਪਰ ਮੈਂ ਜਾਣਦਾ ਕਿ ਬੰਦੇ ਦੇ ਅੰਦਰ ਜਿਹੜੀ ਚੀਜ਼ ਦਾ ਸੰਕਲਪ ਹੁੰਦਾ ਹੈ, ਬੰਦੇ ਦੇ ਅੰਦਰ ਜਿਹੜੀ ਚੀਜ਼ ਦੀ ਕਾਮਨਾ ਹੁੰਦੀ ਹੈ, ਬੰਦੇ ਨੂੰ ਲੱਗਦਾ ਕਿ ਮੈਂ ਜ਼ਿੰਦਗੀ 'ਚ ਇਹੋ ਜਿਹਾ ਕੰਮ ਕਰਨਾ ਹੈ। ਸਾਡੇ ਲਈ ਔਕੜਾਂ ਬਹੁਤ ਸਾਰੀਆਂ ਹੁੰਦੀਆਂ ਨੇ। ਸਭ ਤੋਂ ਵੱਡੀ ਗੱਲ ਜਿਹੜੀ ਉਹ ਹੈ ਕਿ ਮੈਂ ਕਲਾਕਾਰ ਬਣਨ ਦੀ ਸੋਚ ਲਈ। ਨਾ ਤਾਂ ਸਾਡਾ ਕੋਈ ਰਿਸ਼ਤੇਦਾਰ ਕਲਾਕਾਰ ਸੀ, ਨਾ ਮੇਰਾ ਕੋਈ ਦੋਸਤ ਮਿੱਤਰ ਕਲਾਕਾਰ ਸੀ, ਨਾ ਕੋਈ ਸਾਡੇ ਪਿੰਡ ਦਾ, ਨਾ ਕੋਈ ਪਿੰਡ ਦੇ ਨੇੜੇ ਤੇੜੇ ਦਾ ਕਲਾਕਾਰ ਸੀ ਕੋਈ। ਸਾਨੂੰ ਤਾਂ ਇਸ ਲਾਈਨ ਬਾਰੇ ਕੋਈ ਵਾਹ ਵਾਸਤਾ ਨਹੀਂ ਸੀ ਪਤਾ। ਬਸ ਇੱਕ 6ਵੀਂ ਕਲਾਸ ਦੇ ਵਿੱਚ ਨਾਟਕ ਦੇਖਿਆ ਅਤੇ ਅੰਦਰ ਮਨ 'ਚ ਜਾਗੀ ਜਗਿਆਸਾ ਅਤੇ ਸ਼ੁਰੂ ਹੋ ਗਿਆ ਕੰਮ। ਸੋ ਮੈਂ ਇੱਥੇ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿ ਜਦੋਂ ਮੈਂ ਪੜ੍ਹਦਾ ਸੀ ਤਾਂ ਸਾਡੇ ਸਕੂਲ ਦੇ ਵਿੱਚ JTV ਖਾਲਸਾ ਸੀਨੀਅਰ ਸੰਡੇ ਸਕੂਲ ਖੰਡ ਮਾਨਪੁਰ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਹੈ। ਉੱਥੇ ਜਦੋਂ ਪੜ੍ਹਦੇ ਸੀ ਮੈਡਮ ਗੁਰਮੀਤ ਕੌਰ ਹੋਰੀ ਸਾਨੂੰ ਪੰਜਾਬੀ ਪੜ੍ਹਾਉਂਦੇ ਸੀ।
ਜਾਂ ਸਾਡੇ ਦੂਜੇ ਟੀਚਰ ਸੀ ਸਰਦਾਰ ਨਿਰਮਲ ਸਿੰਘ, ਪ੍ਰਿੰਸੀਪਲ ਹਰਚੰਦ ਸਿੰਘ ਹੋਰੀ, ਇਹ ਸਾਰੇ ਕੁਛ ਇਹੋ ਸੱਜਣ ਸੀ। ਖਾਸ ਕਰਕੇ ਮੈਡਮ ਗੁਰਮੀਤ ਕੌਰ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ, ਜਿਹੜੇ ਸਾਨੂੰ ਕਵਿਤਾਵਾਂ ਦੇ ਵਿੱਚ, ਸਾਨੂੰ ਲੈਕਚਰ ਦੇ ਵਿੱਚ ਜਾਂ ਸਾਨੂੰ ਹੋਰ ਕੰਮਾਂ ਦੇ ਵਿੱਚ ਭਾਗ ਲੈਣ ਲਈ ਹਮੇਸ਼ਾ ਸਾਡੀ ਹੈਲਪ ਕਰਦੇ ਸੀ, ਮਦਦ ਕਰਦੇ ਸੀ। ਸੋ ਦੱਸਦੇ ਸੀ ਕਿ ਕਵਿਤਾ ਉਚਾਰਨ ਕਿਵੇਂ ਕਰਨੀ ਹੈ, ਲੇਖ ਦਾ ਉਚਾਰਨ ਕਿਵੇਂ ਕਰਨਾ ਹੈ, ਤੁਸੀਂ ਕੋਈ ਕਿਸੇ ਟੌਪਿਕ 'ਤੇ ਬੋਲਣਾ ਕਿਵੇਂ ਉਚਾਰਨ ਕਰਨਾ ਹੈ। ਸੋ ਉਹ ਜ਼ਿੰਦਗੀ 'ਚ ਬੜਾ ਕੰਮ ਆਇਆ ਅੱਗੇ ਜਾ ਕੇ। ਤਾਂ ਮੈਂ +2 ਕਰਨ ਤੋਂ ਬਾਅਦ ਸਾਡੇ ਚਮਕੌਰ ਸਾਹਿਬ ਦੇ ਹਲਕੇ 'ਚ ਇੱਕ ਬੇਲਾ ਕਸਬਾ ਹੈ, ਬੇਲੇ ਕਾਲਜ ਦੇ ਵਿੱਚ ਪਹੁੰਚਦਾ ਗ੍ਰੈਜੂਏਸ਼ਨ ਕਰਨ ਦੇ ਲਈ। ਸੋ ਬੇਲੇ ਕਾਲਜ ਵਿੱਚ ਪਹੁੰਚਦੇ ਵੀ ਫਿਰ ਨਾਟਕ ਦੇ ਕੰਪੀਟੀਸ਼ਨ ਜਿਵੇਂ ਸ਼ੁਰੂ ਹੁੰਦੇ ਆ, ਸਕੂਲਾਂ ਕਾਲਜਾਂ 'ਚ ਕੰਪੀਟੀਸ਼ਨਾਂ 'ਚ ਭਾਗ ਲੈਣਾ ਸ਼ੁਰੂ ਕੀਤਾ ਹੌਲੀ ਹੌਲੀ। ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਮੈਂ ਖੇਤੀਬਾੜੀ ਘਰ ਵਾਲੇ 'ਚ ਪੈਦਾ ਹੋਇਆ, ਸਾਰਾ ਪਰਿਵਾਰ ਖੇਤੀ ਕਰਦਾ ਸੀ ਅਤੇ ਮੇਰੇ ਫਾਦਰ ਸਾਹਿਬ ਆਰਮੀ ਸੀ। ਅੱਜ ਜਿਹੋ ਜਿਹਾ ਸਮਾਜ ਦੇ ਵਿੱਚ ਜਗ੍ਹਾ ਬਣੀ ਹੈ, ਜਿੰਨਾ ਕੁ ਲੋਕਾਂ ਨੇ ਪਿਆਰ ਦਿੱਤਾ, ਮਨ 'ਚ ਕਦੇ ਕਦੇ ਇਹ ਗੱਲ ਜ਼ਰੂਰ ਆਉਂਦੀ ਹੈ ਵੀ ਜਦੋਂ ਅਸੀਂ ਥੀਏਟਰ ਕਰਦੇ ਸੀ ਤਾਂ ਮੇਰੇ ਫਾਦਰ ਸਾਹਿਬ ਨੇ ਜਦੋਂ ਲੇਟ ਵਾਪਸ ਆਉਣਾ ਤਾਂ ਮੈਨੂੰ ਕਹਿਣਾ ਕਿ ਦਫ਼ਤਰ 5 ਵਜੇ ਬੰਦ ਹੋ ਜਾਂਦੇ ਨੇ, ਤੂੰ 10 ਵਜੇ ਮੁੜਿਆ, 11 ਵਜੇ ਮੁੜਿਆ, ਇਹੋ ਜਿਹਾ ਕਿਹੜਾ ਕੰਮ ਕਰਦਾ ਤੂੰ ਜਿਹੜਾ ਇੰਨੀ ਦੇਰ ਤੱਕ ਚੱਲਦਾ ਰਹਿੰਦਾ, ਲੇਟ ਵਾਪਸ ਕਿਉਂ ਆਉਣਾ। ਫਿਰ ਜਾਂ ਕਈ ਵਾਰ ਉਹਨਾਂ ਨੇ ਕਹਿ ਦੇਣਾ ਵੀ ਇੰਨਾ ਚਿਰ ਹੋ ਗਿਆ ਤੈਨੂੰ ਇਹ ਕੰਮ ਕਰਦੇ ਨੂੰ, ਲੈ ਮੈਨੂੰ ਦੱਸ ਕੋਈ 100, 50, 500, 2000, 10,000 ਤੂੰ ਕੀ ਕਮਾਇਆ ਇੰਨੇ 'ਚ। ਕਿਉਂਕਿ ਸਾਡੇ ਸਮਾਜ ਦੇ ਵਿੱਚ ਬੰਦੇ ਨੂੰ ਉਹਦੀ ਇਨਕਮ ਦੇ ਹਿਸਾਬ ਨਾਲ ਇੱਜ਼ਤ ਦਿੱਤੀ ਜਾਂਦੀ ਹੈ, ਉਹਦੇ ਕੱਪੜਿਆਂ ਦੇ ਹਿਸਾਬ ਨਾਲ, ਉਹਦੇ ਦਿੱਖ ਦੇ ਹਿਸਾਬ ਨਾਲ ਕਿ ਬੰਦਾ ਕਿਹੋ ਜਿਹਾ ਰਹਿੰਦਾ, ਕਿਹੋ ਜਿਹੀ ਗੱਡੀ ਜਾਂਦਾ, ਉਸ ਹਿਸਾਬ ਨਾਲ ਜਾਣਿਆ। ਤੁਹਾਡੇ ਵਿਚਾਰਾਂ ਨੂੰ ਬਾਅਦ 'ਚ ਪਈ ਥੋੜ੍ਹਾ ਮੁੱਲ ਪੈ ਜੇ। ਮਤਲਬ ਸਾਡੇ ਸਮਾਜ ਵਿੱਚ ਤਾਂ ਬੰਦੇ ਨੂੰ ਮੁੱਲ ਪਾਉਣ ਲਈ ਵੀ ਕਹਿੰਦੇ ਮਰਨਾ ਪੈਂਦਾ, ਮਰਨ ਤੋਂ ਬਾਅਦ ਲੋਕ ਕਹਿੰਦੇ ਨੇ ਕਿ ਤੁਸੀਂ ਬਹੁਤ ਚੰਗੇ ਸੀ। ਅੱਜ ਕਦੇ ਕਦੇ ਕਿਤੇ ਇਹ ਲੱਗਦਾ ਕਿ ਉਹ ਫਾਦਰ ਸਾਹਿਬ ਜਦੋਂ ਮੈਂ ਥੋੜ੍ਹਾ ਜਿਹਾ ਕਾਮਯਾਬ ਹੋਣ ਲੱਗਿਆ ਇਸ ਲਾਈਨ 'ਚ, ਮੈਨੂੰ ਥੋੜ੍ਹੇ 10-20 ਬੰਦੇ ਜਾਣਨ ਲੱਗੇ, ਤਾਂ ਉਦੋਂ ਨੂੰ 2009 ਦੇ ਵਿੱਚ ਮੇਰੇ ਫਾਦਰ ਸਾਹਿਬ ਚਲੇ ਗਏ। ਅਤੇ ਅੱਜ ਬਸ ਮੈਂ ਸੋਚਦਾ ਵੀ ਜੇ ਉਹ ਹੁੰਦੇ ਤਾਂ ਸ਼ਾਇਦ ਖੁਸ਼ ਹੁੰਦੇ ਬਹੁਤ ਸਾਰਾ ਦੇਖ ਕੇ ਕਿ ਠੀਕ ਹੈ ਤੂੰ ਠੀਕ ਕੰਮ ਕਰਦਾ ਹੈ, ਕਿ ਤੂੰ ਠੀਕ ਸੀ ਉਦੋਂ ਜਦੋਂ ਘਰ ਦੇ ਤੁਹਾਨੂੰ ਇਸ ਪਾਸਿਓਂ ਵਰਜਦੇ ਸੀ, ਰੋਕਦੇ ਸੀ। ਉਦੋਂ ਉਹਨਾਂ ਨੂੰ ਸ਼ਾਇਦ ਨਹੀਂ ਸੀ ਪਤਾ ਕਿ ਕੀ ਕੰਮ ਕਰ ਰਿਹਾ, ਕਿਉਂਕਿ ਮੈਂ ਦੱਸਿਆ ਕਿ ਸਾਡੇ ਪਰਿਵਾਰ 'ਚ, ਸਾਡੇ ਦੋਸਤਾਂ ਮਿੱਤਰਾਂ 'ਚ, ਸਾਡੀ ਰਿਸ਼ਤੇਦਾਰੀਆਂ 'ਚ ਕੋਈ ਇਸ ਪਾਸੇ ਨਹੀਂ ਸੀ। ਪਰ ਜਿਵੇਂ ਜਦੋਂ ਕਾਮਯਾਬ ਹੋਏ ਉਦੋਂ ਦੇਖਣ ਵਾਲੇ ਲੋਕ ਸੀ ਜਿਹੜੇ ਉਹ ਚਲੇ ਗਏ। ਹਾਂ, ਮੇਰੀ ਮਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਲੱਗਦਾ ਸੀ ਵੀ ਉਹਨੇ ਮੇਰੇ ਫਾਦਰ ਸਾਹਿਬ ਨੇ ਵੀ ਕਈ ਵਾਰ ਕਹਿ ਦੇਣਾ ਵੀ ਕੋਈ ਗੱਲ ਨਹੀਂ, ਜੇ ਕੋਈ ਨਵਾਂ ਕੰਮ ਕਰਨਾ ਚਾਹੁੰਦਾ ਤਾਂ ਇਹਨੂੰ ਕਰ ਲੈਣ ਦਿਓ। ਬਸ ਇਹੀ ਹੁੰਦਾ ਕਿ ਜਦੋਂ ਤੁਸੀਂ ਸਟਰਗਲ ਹੁੰਦੀ ਹੈ ਉਦੋਂ ਤੁਹਾਨੂੰ ਬਹੁਤ ਸਾਰੇ ਲੋਕ ਹੋਰ ਤਰ੍ਹਾਂ ਦੇਖਦੇ ਹੁੰਦੇ ਨੇ। ਜਦੋਂ ਤੁਸੀਂ ਸਟਰਗਲ 'ਚੋਂ ਨਿਕਲ ਕੇ ਬਾਹਰ ਆਉਂਦੇ ਹੋ, ਜਦੋਂ ਤੁਹਾਡਾ ਕੋਈ ਸੁਖਦ ਸਮਾਂ ਆਉਂਦਾ, ਥੋੜ੍ਹਾ ਬਹੁਤਾ ਚੰਗਾ ਸਮਾਂ ਆਉਂਦਾ, ਸਟਰਗਲ 'ਚੋਂ ਹੌਲੀ ਉੱਭਰਨਾ ਸ਼ੁਰੂ ਕਰਦੇ ਹੋ, ਉਦੋਂ ਤੁਹਾਡੇ ਜਿਹੜੇ ਗਾਰਡੀਅਨਸ ਨੇ, ਪੇਰੈਂਟਸ ਨੇ, ਉਦੋਂ ਖੁਸ਼ੀਆਂ ਮੰਨਣ ਦੇ ਲਾਇਕ ਨਹੀਂ ਹੁੰਦੇ ਜਾਂ ਸਾਡੇ ਸਮਾਜ 'ਚ ਨਹੀਂ ਰਹਿੰਦੇ। ਇਹ ਇੱਕ ਯਾਦ ਹਮੇਸ਼ਾ ਮੇਰੇ ਮਨ 'ਚ ਰਹਿੰਦੀ ਹੈ ਫਾਦਰ ਸਾਹਿਬ ਦੀ। ਚਲੋ ਫਿਰ ਬੰਬੇ ਜਾਣ ਦਾ ਮੌਕਾ ਲੱਗਿਆ ਫਿਲਮ ਇੰਡਸਟਰੀ ਰਾਹੀਂ। ਉਦੋਂ ਪਤਾ ਲੱਗਿਆ ਕਿ ਚੰਡੀਗੜ੍ਹ, ਦਿੱਲੀ ਛੱਡ ਕੇ ਦੁਨੀਆ ਤਾਂ ਬੰਬੇ ਰਹਿੰਦੀ ਹੈ। ਸਾਨੂੰ ਤਾਂ ਹੁਣ ਪਤਾ ਲੱਗਿਆ ਸੀ, ਭੁਲੇਖੇ 'ਚ ਸੀ। ਫਿਰ ਜਦੋਂ ਇਸ ਲਾਈਨ ਨੇ, ਕਲਾਕਾਰੀ ਲਾਈਨ ਨੇ ਦੂਜੇ ਮੁਲਕਾਂ ਦੇ ਵਿੱਚ ਜਾਣ ਦਾ ਮੌਕਾ ਦਿੱਤਾ, ਕੈਨੇਡਾ ਗਏ, ਆਸਟ੍ਰੇਲੀਆ, ਨਿਊਜ਼ੀਲੈਂਡ ਗਏ, ਫਿਰ ਪਤਾ ਲੱਗਿਆ ਕਿ ਨਹੀਂ, ਬੰਬੇ ਤੋਂ ਬਾਹਰ ਵੀ ਦੁਨੀਆ ਵੱਸਦੀ ਹੈ, ਬਾਹਰ ਵੀ ਲੋਕ ਰਹਿੰਦੇ ਨੇ, ਕਿ ਦੁਨੀਆ ਤਾਂ ਆ ਹੈ, ਇੱਥੇ ਲੋਕ ਜਿਉਂਦੇ ਨੇ, ਇੱਥੇ ਲੋਕ ਮਿਹਨਤਾਂ ਕਰਦੇ ਨੇ, ਇਹਨਾਂ ਲੋਕਾਂ ਨੇ ਆਪਣਾ ਆਲਾ ਦੁਆਲਾ ਆਪਣੀ ਮਿਹਨਤਾਂ ਨਾਲ ਸੋਹਣਾ ਬਣਾਇਆ। ਸੋ ਇਸ ਤਰ੍ਹਾਂ ਜਿਵੇਂ ਜਿਵੇਂ ਵਿਚਰਦੇ ਗਏ ਉਵੇਂ ਤੁਹਾਡਾ ਦਾਇਰਾ ਵੱਡਾ ਹੁੰਦਾ ਗਿਆ। ਫਿਰ ਜੀ ਸੰਨ 97 ਦੇ ਵਿੱਚ ਆ ਕੇ ਮੇਰਾ ਵਿਆਹ ਹੋ ਜਾਂਦਾ ਗੁਰਪ੍ਰੀਤ ਕੌਰ ਦੇ ਨਾਲ। ਸਾਡੇ ਸ਼ਹਿਰ ਦੇ, ਸਾਡੇ ਪਿੰਡ ਦੇ ਨੇੜੇ ਇੱਕ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਜਗ੍ਹਾ ਖਮਾਣੋ, ਉੱਥੇ ਮੇਰਾ ਵਿਆਹ ਹੋਇਆ। ਗੁਰਪ੍ਰੀਤ ਮੇਰੀ ਵਾਈਫ ਆਪਣੇ ਨਾਨਕੇ ਰਹਿੰਦੀ ਸੀ ਪਿੰਡ ਸੱਖੋ ਮਾਜਰਾ ਮਰਾਂਡੇ ਦੇ ਨਾਲ, ਉੱਥੇ ਮੇਰਾ ਵਿਆਹ ਹੋ ਗਿਆ। ਸੋ ਇਹ ਕਬੀਲਦਾਰੀ ਦਾ ਸਿਲਸਿਲਾ ਵੀ ਨਾਲ ਨਾਲ ਚੱਲਣਾ ਸ਼ੁਰੂ ਹੋ ਗਿਆ। ਉਦੋਂ ਤੱਕ ਨਾਟਕ ਕਰਦੇ ਸੀ, ਮਾੜਾ ਮੋਟਾ ਟੈਲੀਵਿਜ਼ਨ 'ਤੇ ਆਉਣ ਲੱਗੇ ਸੀ। ਫਿਰ ਇੱਕ ਇਹ ਵੀ ਬੜਾ ਦਿਲਚਸਪ ਕਿੱਸਾ ਆ ਕਿ ਵਿਆਹ ਹੋਣ ਤੋਂ ਪਹਿਲਾਂ, ਥੋੜ੍ਹਾ ਚਿਰ ਪਹਿਲਾਂ ਦੀ ਗੱਲ ਹੈ, ਸੋ ਧੀ ਦੇ ਮਾਪਿਆਂ ਨੂੰ ਹਮੇਸ਼ਾ ਫਿਕਰ ਹੁੰਦਾ ਕਿ ਜਿਹਦੇ ਨਾਲ ਅਸੀਂ
ਕੁੜੀ ਦਾ ਲੜ ਜੋੜਨ ਲੱਗੇ ਹਾਂ। ਉਹ ਬੰਦਾ ਕੁਛ ਖਾਂਦਾ ਕਮਾਉਂਦਾ ਚਾਹੀਦਾ, ਪਰ ਅਸੀਂ ਤਾਂ ਨਾਟਕ ਕਰਨ ਵਾਲੇ ਸੀ। ਉਹ ਇੱਕ ਦਿਨ ਕੁਛ ਰਿਸ਼ਤੇਦਾਰ ਮੇਰੇ ਕੋਲ ਆਏ ਇਕੱਠੇ ਹੋ ਕੇ ਮਿਲਣ ਦੇ ਬਹਾਨੇ। ਉਹ ਕਹਿੰਦੇ ਵੀ ਯਾਰ ਅਸੀਂ ਤਾਂ ਸੋਚਿਆ ਸੀ ਮੁੰਡਾ ਕਾਲਜ ਪੜ੍ਹਦਾ ਹੈ, ਵੀ ਕੋਈ ਨੌਕਰੀ ਲੱਗੂਗਾ, ਅਤੇ ਤੂੰ ਕਿਹੜੇ ਕੰਮ 'ਚ ਪੈ ਗਿਆ? ਇਹ ਆਪਣਾ ਜ਼ਿਮੀਂਦਾਰਾਂ ਦਾ ਕੰਮ ਥੋੜ੍ਹੀ ਹੈ ਇਹ ਕਲਾਕਾਰੀ ਕਰਨਾ। ਸੋ ਮੈਂ ਉਹਨੂੰ ਕਿਹਾ ਜੀ ਮੈਂ ਤਾਂ ਪਹਿਲਾਂ ਵੀ ਨਾਟਕ ਕਰਦਾ ਜਦੋਂ ਮੇਰਾ ਅਸੀਂ ਮੰਗਣਾ ਕੀਤਾ ਸੀ। ਉਹ ਕਹਿੰਦੇ ਉਦੋਂ ਤਾਂ ਠੀਕ ਆ ਤੂੰ ਪੜ੍ਹਦਾ ਸੀ ਵੀ ਚਲੋ ਮਾੜਾ ਮੋਟਾ ਕਿਤੇ ਸਾਲ 'ਚ ਇੱਕ ਅੱਧਾ ਨਾਟਕ ਕਰ ਲਿਆ, ਪਰ ਤਾਂ ਰੋਜ਼ ਦਾ ਕੰਮ ਹੀ ਹੋ ਗਿਆ। ਬਸ ਮੈਂ ਚੁੱਪ ਕਰਕੇ ਬਹਿ ਗਿਆ ਜੀ। ਫਿਰ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਤਾਂ ਜਦੋਂ ਬੰਦੇ ਉੱਠ ਕੇ ਜਾਣ ਲੱਗੇ, ਮੇਰੀ ਵਾਈਫ ਦੇ ਨਾਨਾ ਜੀ ਸੀ ਮੇਰੇ ਕੋਲ ਬੈਠੇ ਰਹੇ। ਉਹ ਕੁਛ ਨਹੀਂ ਬੋਲੇ ਸਾਰੀ ਵਾਰਤਾਲਾਪ ਦੌਰਾਨ। ਜਦੋਂ ਉੱਠ ਕੇ ਜਾਣ ਲੱਗੇ ਮੈਨੂੰ ਬਿਠਾ ਲਿਆ ਬਾਂਹ ਫੜ ਕੇ। ਮੈਨੂੰ ਕਹਿੰਦੇ ਬਾਕੀ ਸਾਰਿਆਂ ਨੇ ਬੋਲ ਲਿਆ ਅਤੇ ਮੈਂ ਤੈਨੂੰ ਕੁਛ ਨਹੀਂ ਕਿਹਾ ਨਾ? ਮੈਂ ਕਿਹਾ ਹਾਂਜੀ। ਮੈਨੂੰ ਲੱਗਿਆ ਕਿ ਮੇਰੇ ਪੱਖ ਦਾ ਇੱਕ ਬੰਦਾ ਹੋਰ ਚਲੋ ਮੈਨੂੰ ਮਿਲ ਗਿਆ। ਪਰ ਕਹਿੰਦਾ ਤੈਨੂੰ ਮੈਂ ਦੱਸਦਾ, ਮੈਨੂੰ ਪਤਾ ਵੀ ਜਿਹੜਾ ਇੰਨੇ ਚਿਰ ਤੋਂ ਕੋਈ ਲੰਬੇ ਕੰਮ ਕਰਦੇ ਹੋ ਇਹ ਵੀ ਇੱਕ ਨਸ਼ਾ ਹੀ ਹੁੰਦਾ, ਵੀ ਛੱਡਣਾ ਔਖਾ ਹੁੰਦਾ। ਸੋ ਪਰ ਤੈਨੂੰ ਮੈਂ ਦੱਸਦਾ ਕਹਿੰਦਾ ਵੀ ਕਿਵੇਂ ਛੱਡਣਾ ਇਹ। ਮੈਂ ਕਿਹਾ ਜੀ ਕਿਵੇਂ ਛੱਡਣਾ? ਕਹਿੰਦਾ ਜਦੋਂ ਤੁਸੀਂ ਅਭਿਆਸ ਕਰਦੇ ਹੋ, ਰਿਹਰਸਲਸ ਕਰਦੇ ਹੋ, ਜਿਹੜਾ ਟਾਈਮ ਤੁਸੀਂ ਫਿਕਸ ਕਰ ਲੈਂਦੇ ਹੋ ਵੀ ਇੰਨੇ ਵਜੇ ਆਪਾਂ 10 ਵਜੇ ਮਿਲਣਾ ਹੈ, ਤੂੰ ਪਹਿਲੇ ਦਿਨ ਘੰਟਾ ਲੇਟ ਜਾਣਾ, ਦੂਜੇ ਦਿਨ 2 ਘੰਟੇ ਲੇਟ ਜਾਣਾ, ਫਿਰ 3 ਘੰਟੇ ਲੇਟ ਜਾਣਾ। ਕਹਿੰਦਾ ਤੈਨੂੰ ਛੱਡਣ ਦੀ ਲੋੜ ਨਹੀਂ ਪੈਣੀ, ਉਹਨਾਂ ਲੋਕਾਂ ਨੇ ਤੈਨੂੰ ਆਪ ਹੀ ਛੱਡ ਦੇਣਾ। ਉਹਨਾਂ ਨੇ ਕਹਿਣਾ ਤਾਂ ਬਕਵਾਸ ਬੰਦਾ ਯਾਰ, ਇਹ ਕੋਈ ਗੱਲ ਥੋੜ੍ਹੀ ਹੈ। ਸੋ ਇੱਦਾਂ ਕਰਕੇ ਪਰ ਇਹ ਸ਼ੌਕ ਕਹਿ ਲਓ ਇਹੋ ਜਿਹਾ, ਇਹੋ ਜਿਹੀ ਇੱਕ ਤੜਪ ਸੀ ਇਹਨਾਂ ਕੰਮਾਂ ਦੀ, ਛੱਡਿਆ ਨਹੀਂ ਜੀ ਗਿਆ ਜ਼ਿੰਦਗੀ ਦੇ ਵਿੱਚ, ਨਾਲ ਨਾਲ ਤੁਰਦੇ ਗਏ। ਫਿਰ ਟੈਲੀਵਿਜ਼ਨ ਸ਼ੁਰੂ ਹੋਇਆ। ਫਿਰ ਉਹੀ ਮਤਲਬ ਗੱਲ ਇਹ ਹੈ ਕਿ ਜਿਹੜੇ ਬਜ਼ੁਰਗ ਮੈਨੂੰ ਛੱਡਣ ਦੀ ਸਲਾਹ ਦਿੰਦੇ ਸੀ, ਉਹ ਮੈਨੂੰ ਜਦੋਂ ਮੈਂ ਟੈਲੀਵਿਜ਼ਨ 'ਚ ਆਉਣ ਲੱਗਿਆ, ਮੈਨੂੰ ਇੱਕ ਦਿਨ ਕਹਿੰਦੇ ਵੀ ਮੈਂ ਆਪਣੇ ਸਹੁਰੇ ਗਿਆ, ਮੇਰੀ ਪਿੱਠ 'ਤੇ ਹੱਥ ਮਾਰ ਕੇ ਬਜ਼ੁਰਗ ਕਹਿੰਦੇ ਵੀ ਸ਼ਾਬਾਸ਼ ਵੀ ਪ੍ਰਾਹੁਣਿਆ। ਮੈਂ ਕਿਹਾ ਜੀ ਕੀ ਹੋਇਆ? ਕਹਿੰਦੇ ਵੀ ਸਾਡੇ ਪਿੰਡ ਦਾ ਨੰਬਰਦਾਰ ਕਹਿੰਦਾ ਵੀ ਤੁਹਾਡਾ ਪ੍ਰਾਹੁਣਾ ਟੈਲੀਵਿਜ਼ਨ 'ਚ ਆਉਂਦਾ। ਮੈਂ ਕਿਹਾ ਹਾਂਜੀ। ਕਹਿੰਦੇ ਬੜੀ ਖੁਸ਼ੀ ਹੁੰਦੀ ਸੁਣ ਕੇ, ਬਈ ਬੜਾ ਚੰਗਾ ਲੱਗਦਾ। ਸੋ ਇਸ ਤਰ੍ਹਾਂ ਇਹੋ ਜਿਹੀਆਂ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਘਟਨਾਵਾਂ ਕਰਦਿਆਂ ਅਤੇ ਅੱਗੇ ਇਹ ਪਹੁੰਚੇ ਜੀ। ਇੱਕ ਦਿਨ ਮੈਨੂੰ ਚੰਡੀਗੜ੍ਹ ਇੱਕ ਮੌਕਾ ਮਿਲਦਾ ਹੈ, ਇੱਕ ਸੋਨੀ TV ਦਾ ਸੀਰੀਅਲ ਬਣਨ ਲਈ ਆਉਂਦਾ, ਮੀਤ ਮਿਲਾਦੇ ਰੱਬਾ। ਰਜ਼ਾ ਮੁਰਾਦ 'ਚ ਕੰਮ ਕਰ ਰਹੇ ਸੀ, ਸ਼ਿਵਿੰਦਰ ਮਾਲ ਹੋਰੀ ਕੰਮ ਕਰ ਰਹੇ ਸੀ। ਤਾਂ ਮੈਨੂੰ ਉੱਥੇ ਰਜ਼ਾ ਮੁਰਾਦ ਹੋਰਾਂ ਨੇ ਜਿਹੜੇ ਪ੍ਰੋਡਿਊਸਰ ਡਾਇਰੈਕਟਰ ਸੀ ਉਹਨਾਂ ਨੂੰ ਕਿਹਾ ਕਿ ਬੰਦਾ ਵਧੀਆ ਹੈ, ਥੋੜ੍ਹਾ ਲਿਟਰੇਚਰ ਬਾਰੇ ਵੀ ਜਾਣਦਾ ਹੈ, ਥੋੜ੍ਹਾ ਕਲਚਰ ਬਾਰੇ ਵੀ ਜਾਣਦਾ ਹੈ, ਵੀ ਸਰਦਾਰ ਬੰਦਾ ਹੈ, ਸਾਡਾ ਸਰਦਾਰਾਂ ਦੇ ਉੱਤੇ ਸੀਰੀਅਲ ਹੈ, ਪੰਜਾਬੀ ਲੋਕਾਂ 'ਤੇ ਬੇਸਡ ਸੀਰੀਅਲ ਹੈ, ਤੁਸੀਂ ਇਹ ਬੰਦੇ ਨੂੰ ਬੰਬੇ ਲੈ ਕੇ ਚਲੋ। ਛੋਟਾ ਜਿਹਾ ਰੋਲ ਸੀ ਮੇਰਾ। ਸੋ ਮੈਨੂੰ ਪ੍ਰੋਡਿਊਸਰ ਸਾਹਿਬ ਕਹਿੰਦੇ ਵੀ ਤੁਹਾਨੂੰ ਬੰਬੇ ਲੈ ਕੇ ਜਾਣਾ ਜੀ, ਵੀ ਥੋੜ੍ਹਾ ਅਸੀਂ ਰੋਲ ਵਧਾ ਦਿੱਤਾ। ਮੈਂ ਕਿਹਾ ਜੀ ਮੈਂ ਬੰਬੇ ਜਾ ਕੇ ਕਰੂੰਗਾ, ਮੇਰੀ ਤਾਂ ਉੱਥੇ ਕੋਈ ਜਾਣ ਨਾ ਪਛਾਣ ਨਾ, ਮੈਂ ਕਦੇ ਗਿਆ ਨਹੀਂ। ਇੱਥੇ ਮੇਰਾ ਵਧੀਆ ਕੰਮ ਕਰ ਠੀਕ ਹੈ, ਮੈਂ ਆਪਣਾ ਥੀਏਟਰ ਕਰਦਾ ਅਤੇ ਮੇਰਾ ਘਰ ਪਰਿਵਾਰ ਇੱਥੇ ਹੈ। ਮੈਨੂੰ ਕਹਿੰਦੇ ਚਲੋ ਮਰਜ਼ੀ ਤੁਹਾਡੀ। ਉਹ ਮੈਨੂੰ ਦੂਜੇ ਦਿਨ ਰਜ਼ਾ ਮੁਰਾਦ ਜੀ ਕਹਿਣ ਲੱਗੇ ਵੀ ਤੂੰ ਜਵਾਬ ਕਿਉਂ ਦਿੱਤਾ? ਕਹਿੰਦੇ ਮੈਨੂੰ ਪ੍ਰੋਡਿਊਸਰ ਸਾਹਿਬ ਨੇ ਲਾਂਭਾ ਦਿੱਤਾ। ਕਹਿੰਦੇ ਤੂੰ ਕਰਨਾ ਤਾਂ ਕੰਮ ਇਹੀ ਹੈ ਨਾ? ਮੈਂ ਕਿਹਾ ਹਾਂਜੀ ਇਹੀ ਕੰਮ ਕਰਨਾ। ਕਹਿੰਦੇ ਫਿਰ ਇਹ ਨਾ ਜਿਹੜੀ ਸਾਡੀ ਕਲਾ ਹੈ, ਜਿਹੜੀ ਸਾਡੀ ਐਕਟਿੰਗ ਲਾਈਨ ਹੈ, ਇਹਦਾ ਜਿਹੜਾ ਸਾਡੀ ਇੰਡਸਟਰੀ ਹੈ, ਇਹਦਾ ਮੱਕਾ ਮਦੀਨਾ ਬੰਬਈ ਹੈ, ਵੀ ਤੁਹਾਨੂੰ ਇੱਕ ਵਾਰ ਜ਼ਰੂਰ ਜਾਣਾ ਚਾਹੀਦਾ ਉੱਥੇ। ਨਹੀਂ ਚੰਗਾ ਲੱਗੇ ਵਾਪਸ ਆ ਜਾਓ। ਸੋ ਉਸ ਕੰਮ ਲਈ ਮੈਂ ਹਾਂ ਕਰਦੀ ਜੀ। ਉਸ ਤੋਂ ਬਾਅਦ ਫਿਰ 1.5 ਸਾਲ ਸ਼ਿਵਿੰਦਰ ਮਾਲ ਭਾਜੀ ਉਹਨਾਂ ਦੇ ਨਾਲ ਅਸੀਂ ਬੰਬੇ ਜਾਂਦੇ ਰਹੇ। ਬੰਬੇ ਜਾ ਕੇ ਉੱਥੇ ਉਹ ਸੀਰੀਅਲ ਚੱਲਦਾ ਰਿਹਾ, ਸੀਰੀਅਲ ਕਰਦੇ ਰਹੇ, ਸੀਰੀਅਲ ਕਰਕੇ ਫਿਰ ਵਾਪਸ ਆ ਜਾਣਾ। ਤਾਂ ਇੱਕ ਦਿਨ ਪ੍ਰੋਡਿਊਸਰ ਸਾਹਿਬ ਸਾਨੂੰ ਕਹਿੰਦੇ ਵੀ ਬੰਬੇ ਦੇ ਵਿੱਚ ਸਭ ਤੋਂ ਜਿਹੜੀ ਮਹਿੰਗੀ ਚੀਜ਼ ਹੈ, ਸਭ ਤੋਂ ਔਖੀ ਚੀਜ਼ ਹੈ, ਉਹ ਜਗ੍ਹਾ ਹੈ ਰਹਿਣ ਲਈ। ਵੀ ਤੁਸੀਂ ਉਹਨੂੰ ਮੈਂ ਹਰ ਵਾਰ ਹੋਟਲ 'ਚ ਰੱਖਦਾ, ਮੈਨੂੰ ਤੁਸੀਂ ਬਹੁਤ ਮਹਿੰਗੇ ਪੈਂਦੇ ਹੋ, ਤੁਹਾਨੂੰ ਮੈਂ ਇੱਥੇ ਕੋਈ ਫਲੈਟ ਲੈ ਕੇ ਦੇ ਦਿੰਦਾ। ਸੋ ਉਹਨਾਂ ਨੇ ਜੀ ਕਿਸੇ ਬੰਦੇ ਨੂੰ ਕਹਿ ਕੇ ਅਰੇਂਜਮੈਂਟ ਜਾ ਕੀਤਾ, ਸਾਨੂੰ ਇੱਕ ਜਗ੍ਹਾ ਲੈ ਕੇ ਦਿੱਤੀ ਰਹਿਣ ਨੂੰ। ਸੋ ਇਸ ਤਰ੍ਹਾਂ ਸਿਲਸਿਲਾ ਇਹ ਸ਼ੁਰੂ ਹੋਇਆ। ਸੋ ਉਹ ਤੋਂ ਬਾਅਦ ਫਿਰ ਬੰਬੇ ਚਲੇ ਗਏ ਜੀ। ਬੰਬੇ ਦੀ ਸਟਰਗਲ ਸ਼ੁਰੂ ਹੋਈ, ਬੰਬੇ ਜਾ ਕੇ ਰਹੇ, ਕੰਮ ਕਰੇ। ਬੰਬੇ ਦੀ ਲਾਈਫ ਸਾਡੀ ਇੱਥੋਂ ਦੀ ਲਾਈਫ ਨਾਲ ਹੋਰ ਤਰ੍ਹਾਂ ਦੀ ਲਾਈਫ ਸੀ। ਅਸੀਂ ਉਹੋ ਜਿਹੀ ਲਾਈਨ ਤੋਂ ਵਾਕਫ ਨਹੀਂ ਸੀ, ਨਾ ਉਹੋ ਜਿਹੀ ਲਾਈਫ ਤੋਂ ਵਾਕਫ ਸੀ। ਪਰ ਇਹ ਸ਼ੁਰੂ ਤੋਂ ਇੱਕ ਇੱਦਾਂ ਰਿਹਾ ਸੀ ਵੀ ਕਿਉਂਕਿ ਥੀਏਟਰ ਕਰਨ ਨੇ ਸਾਨੂੰ ਇੱਕ ਇਹੋ ਚੀਜ਼ ਸਿਖਾਈ ਕਿ ਤੁਸੀਂ ਆਪਣੇ ਆਪ ਨੂੰ ਐਡਜਸਟ ਕਿਵੇਂ ਕਰਨਾ ਹੈ, ਆਪਣੇ ਆਪ ਛੋਟੇ ਵਿੱਤ 'ਚ ਕਿਵੇਂ ਰਹਿਣਾ ਹੈ, ਕਿਵੇਂ ਸਾਰਨਾ ਹੈ, ਸਾਰੀ ਚੀਜ਼ਾਂ ਸਿਖਾਈਆਂ ਹੋਈਆਂ ਸੀ। ਸੋ ਉਹ ਬੜੀਆਂ ਕੰਮ ਆਈਆਂ ਉੱਥੇ ਰਹਿਣ ਦੇ ਲਈ। ਸੋ ਕਈ ਵਾਰ ਇਹ ਹੋਇਆ ਕਿ ਜਦੋਂ ਗਏ ਬਹੁਤੇ ਪੈਸੇ ਵੀ ਨਹੀਂ ਸੀ ਮਿਲਦੇ ਹੁੰਦੇ। ਸੋ ਕਿਰਾਇਆ ਦੇਣਾ, ਕੱਪੜਾ ਲੀੜਾ ਵੀ ਸਾਰਾ, ਫੋਨ ਦੇ ਖਰਚੇ, ਸਾਰਾ ਕੁਝ ਦੇਖਣਾ। ਕਦੇ ਕਿਤੇ ਐਂ ਲੱਗਣਾ ਵੀ ਅੱਜ ਰੋਟੀ ਨਾ ਖਾਈਏ ਤਾਂ ਕੋਈ ਹੋਰ ਚੀਜ਼ ਖਾ ਕੇ ਸਾਰ ਲਈਏ। ਤਾਂ ਬੰਬੇ ਦੇ ਵਿੱਚ ਜਿਵੇਂ ਅੱਜ ਦਿਨ ਯਾਦ ਆਉਂਦੇ ਨੇ, ਉਹ ਵੀ ਬੜਾ ਪਾਓ ਵਗੈਰਾ ਜਾਂ ਫਿਰ ਪਾਰਲੀ ਦੇ ਬਿਸਕੁਟ ਹੁੰਦੇ ਸੀ,
ਉਹ ਬਿਸਕੁਟ ਜਾਂ ਬੜਾ ਆਪਾਂ ਖਾ ਕੇ ਕਹਿਣਾ ਵੀ ਅੱਜ ਰੋਟੀ ਵਾਲੇ ਪੈਸੇ ਬਚਾ ਲਈਏ। ਉਦੋਂ ਹਾਲਾਂਕਿ ਘਰ ਸਾਰਾ ਕੁਝ ਠੀਕ ਠਾਕ ਸੀ, ਮੰਗਾ ਲੈਂਦੇ ਘਰਦਿਆਂ ਤੋਂ ਪੈਸੇ, ਸ਼ਾਇਦ ਭੇਜ ਵੀ ਦਿੰਦੇ ਔਖੇ ਹੋ ਕੇ, ਪਰ ਐਂ ਲੱਗਦਾ ਸੀ ਵੀ ਇਹ ਲਾਈਨ ਅਸੀਂ ਆਪ ਚੁਣੀ ਹੋਈ ਹੈ, ਤਾਂ ਘਰਦਿਆਂ ਨੂੰ ਕਿਉਂ ਇਹ ਗੱਲ ਕਹਿਣ ਦਾ ਮੌਕਾ ਦਈਏ ਜਾਂ ਕਿਉਂ ਤੰਗ ਕਰੀਏ ਵੀ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਜਾਂ ਕੁਝ ਨਹੀਂ ਕਰ ਸਕਦੇ, ਇਹ ਮੈਂ ਮੌਕਾ ਕਿਉਂ ਦੇਈਏ ਕਹਿਣ ਦਾ। ਪਰ ਉੱਥੇ ਜਾ ਕੇ ਜਿਹੜੇ ਸਾਡੇ ਹੋਰ ਕੋਈ ਦੋਸਤ ਮਿੱਤਰ ਭੈਣ ਭਰਾ ਸੀ, ਜਦੋਂ ਉਹਨਾਂ ਬਾਰੇ ਦੇਖਦੇ ਸੀ, ਉਹਨਾਂ ਬਾਰੇ ਜਾਣਦੇ ਸੁਣਦੇ ਸੀ, ਉਹ ਸਾਡੇ ਨਾਲ ਬੜੀ ਸਟਰਗਲ ਕਰ ਰਹੇ ਸੀ। ਉਹਨਾਂ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਸੀ ਜਿਹੜੇ ਇੱਕ ਦਿਨ ਰੋਟੀ ਨਹੀਂ ਸੀ ਖਾਂਦੇ, 2 ਦਿਨ ਰੋਟੀ ਨਹੀਂ ਸੀ ਖਾਂਦੇ, ਕਿਉਂਕਿ ਸਟਰਗਲ ਪੀਰੀਅਡ ਸੀ। ਉਹ ਬੰਦਿਆਂ ਨੇ ਵੀ ਇਹ ਮਨ 'ਚ ਠਾਣਿਆ ਹੋਇਆ ਸੀ ਵੀ ਕੁਛ ਬਣ ਕੇ ਇੱਥੋਂ ਜਾਣਾ ਹੈ, ਪਰ ਜ਼ਿੰਦਗੀ ਪਤਾ ਨਹੀਂ ਕਦੋਂ ਤੁਹਾਨੂੰ ਮੌਕਾ ਦੇਵੇ, ਇਸ ਕਰਕੇ ਰਹਿਣਾ ਸੀ। ਇੱਕ ਸਾਡਾ ਦੋਸਤ ਬੰਬੇ ਰਹਿੰਦਾ ਸੀ, ਜਦੋਂ ਮੈਨੂੰ ਪਤਾ ਲੱਗਿਆ ਕਿ ਸਟਰਗਲ ਪੀਰੀਅਡ ਹੈ, ਬਹੁਤ ਸਾਰਾ ਘਰੋਂ ਵੀ ਹਾਲਤ ਬਹੁਤ ਠੀਕ ਨਹੀਂ, ਪਿੱਛੋਂ ਪੈਸੇ ਨਹੀਂ ਮੰਗਵਾ ਸਕਦੇ, ਕੰਮ ਕਰ ਨਹੀਂ ਮਿਲਦਾ, ਤਾਂ ਮੈਂ ਉਸ ਦਿਨ ਆਪਣੇ ਕਮਰੇ 'ਚ ਬਹਿ ਕੇ ਬਹੁਤ ਜ਼ਿਆਦਾ ਰੋਇਆ, ਬੜਾ ਮਨ ਦੁਖੀ ਹੋਇਆ। ਜਦੋਂ ਮੇਰੇ ਰੂਮਮੇਟ ਜਿਹੜਾ ਮੁੰਡਾ ਸੀ ਉਹ ਰੂਮ 'ਚ ਆਇਆ, ਤਾਂ ਉਹਨੂੰ ਸ਼ਾਇਦ ਇਹ ਲੱਗਿਆ ਕਿ ਕੰਮ ਨਾ ਮਿਲਣ ਦੀ ਵਜ੍ਹਾ ਕਰਕੇ ਜਾਂ ਕੋਈ ਇਹੋ ਜਿਹੀ ਗੱਲ ਹੈ, ਪਰ ਉਹ ਮੇਰੇ ਲਈ ਇਸ ਗੱਲ ਦੀ ਪ੍ਰੋਬਲਮ ਸੀ ਵੱਡੀ ਕਿ ਕੰਮ ਦਾ ਮੈਨੂੰ ਕੋਈ ਫਿਕਰ ਨਹੀਂ ਸੀ। ਜਿਹੜਾ ਮੇਰਾ ਬਾਖਬ ਬੰਦਾ ਸੀ, ਮੁੰਡਾ ਸਟਰਗਲ ਕਰਦਾ ਸੀ, ਮੈਨੂੰ ਪਤਾ ਲੱਗਿਆ ਕਿ ਉਹ ਜਦੋਂ ਪੌੜੀਆਂ ਉਤਰ ਲੱਗਿਆ ਤਾਂ ਪੌੜੀਆਂ ਉਤਰਦਾ ਉਹ ਪੌੜੀਆਂ 'ਚ ਹੀ ਗਿਰ ਗਿਆ। ਅਸੀਂ ਭੱਜ ਕੇ ਗਏ ਅਤੇ ਪਤਾ ਲੱਗਿਆ ਵੀ ਉਹਨੇ ਪਿਛਲੇ 2-3 ਦਿਨ ਤੋਂ ਕੁਛ ਖਾਧਾ ਨਹੀਂ ਸੀ। ਸੋ ਆਪਣੇ ਆਪ ਨੂੰ ਇੱਦਾਂ ਕਰਕੇ ਮਤਲਬ ਇਹੋ ਜਿਹੀਆਂ ਸਟਰਗਲਾਂ 'ਚੋਂ ਲੰਘ ਕੇ ਸਾਡੇ ਬੰਦੇ ਅੱਗੇ ਆਏ, ਤਾਂ ਮੈਨੂੰ ਆਪਣੇ ਆਪ 'ਤੇ ਬੜੀ ਮਤਲਬ ਉਹ ਘਿਰਨਾ ਮਹਿਸੂਸ ਹੋਈ ਕਿ ਅਸੀਂ ਰੋਟੀ ਖਾਂਦੇ ਸੀ, ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਜਿਹੜਾ ਸਾਡੇ ਇੱਕ ਨਾਲ ਦਾ ਸਾਡੇ ਕੋਲ ਚਾਹ ਪਾਣੀ ਪੀਂਦਾ ਬਹਿ ਕੇ ਬੰਦਾ ਸਾਡੇ ਨਾਲ ਗੱਲਬਾਤ ਕਰਦਾ ਜਿਹੜਾ ਬੰਦਾ, ਅਤੇ ਉਹ ਇਹੋ ਜਿਹੀ ਹਾਲਤ ਵਿੱਚ ਰਹਿ ਰਿਹਾ ਹੈ। ਸੋ ਮੈਨੂੰ ਲੱਗਦਾ ਸੀ ਕਿ ਜਿਹੋ ਜਿਹੀਆਂ ਹਾਲਤਾਂ ਵਿੱਚ ਰਹਿੰਦੇ ਹਾਂ ਅਸੀਂ ਇਕੱਠੇ ਹੋ ਕੇ ਰਹੀਏ। ਉਸ ਦਿਨ ਤੋਂ ਬਾਅਦ ਮੈਂ ਖੈਰ ਜਦੋਂ ਉਹਨੂੰ ਮਿਲਿਆ ਤਾਂ ਮੈਂ ਡਾਂਟਿਆ ਵੀ, ਕਿਉਂਕਿ ਮੈਂ ਥੋੜ੍ਹਾ ਜਿਹਾ ਉਮਰ 'ਚ ਵੱਡਾ ਹੋਣ ਨਾਲ ਹੱਕ ਸਮਝਦਾ ਸੀ ਆਪਣਾ। ਮੈਂ ਕਿਹਾ ਯਾਰ ਵੀ ਜਿੰਨਾ ਚਿਰ ਜਿਉਂ ਸਕਦੇ ਉਨਾ ਚਿਰ ਤਾਂ ਇਕੱਠੇ ਜਿਉਈਏ। ਇਹ ਕੀ ਗੱਲ ਸੀ ਵੀ ਤੂੰ 3-4 ਦਿਨ ਤੋਂ ਦੱਸਿਆ ਨਹੀਂ, ਵੀ ਕੁਛ ਖਾਧਾ ਨਹੀਂ, ਵੀ ਜਾਂ ਤੇਰੇ ਕੋਲ ਕੋਈ ਪੈਸਾ ਨਹੀਂ ਸੀ, ਜਾਂ ਘਰ ਦੇ ਹਾਲਾਤ ਇਹੋ ਜਿਹੇ ਸੀ ਕਿ ਤੁਸੀਂ ਪਿੱਛੋਂ ਕੋਈ ਪੈਸਾ ਨਹੀਂ ਸੀ ਮੰਗਵਾ ਸਕਦੇ। ਸੋ ਅੱਜ ਉਹਨਾਂ ਲੋਕਾਂ ਨੂੰ ਜਦੋਂ ਮੈਂ ਦੇਖਦਾ ਕਿ ਉਹ ਲੋਕ ਵੀ ਬੜੇ ਰਾਈਜ਼ ਕਰ ਰਹੇ ਨੇ, ਸਾਡੀ ਇੰਡਸਟਰੀ ਦੇ ਵਿੱਚ ਚੰਗਾ ਨਾਂ ਹੈ ਉਹਨਾਂ ਦੇ ਲੋਕਾਂ ਦਾ। ਸੋ ਇਹ ਮਿਹਨਤਾਂ ਤੋਂ ਬਾਅਦ ਕਿਸੇ ਮੁਕਾਮ 'ਤੇ ਪਹੁੰਚਣਾ ਇਹ ਬੜੀ ਖੁਸ਼ੀ ਵਾਲੀ ਗੱਲ ਹੁੰਦੀ ਹੈ। ਸੋ ਇਸ ਤਰ੍ਹਾਂ ਮੈਂ ਸਮਝਦਾ ਬਹੁਤ ਸਾਰੀਆਂ ਘਟਨਾਵਾਂ ਜ਼ਿੰਦਗੀ ਥੋੜ੍ਹੀ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਕਦੇ ਵੀ ਤੁਹਾਨੂੰ ਨਹੀਂ ਭੁੱਲਦੀਆਂ, ਕਦੇ ਵੀ ਤੁਹਾਤੋਂ ਕਿਉਂਕਿ ਰੋਟੀ ਪਾਣੀ ਮਨੁੱਖ ਦੀ ਨਿੱਜੀ ਲੋੜ ਹੈ, ਸਭ ਦੀ ਲੋੜ ਹੈ। ਸੋ ਇਹ ਮੈਨੂੰ ਉੱਥੋਂ ਪਤਾ ਲੱਗਦੀ ਕਿ ਅਸੀਂ ਜਦੋਂ ਥੀਏਟਰ ਦੇ ਦਿਨਾਂ ਵਿੱਚ ਇਕੱਠੇ ਰਹਿੰਦੇ ਸੀ, ਜਿੰਨੇ ਵੀ ਪੈਸੇ ਹੈ ਬੰਦੇ ਇੱਕ ਵਾਰ ਲਿਆ ਕੇ ਰੱਖ ਦਿੰਦੇ ਸੀ ਕਿ ਆਹ ਪੈਸੇ ਪਏ ਹੈ, ਜਿੰਨੇ ਦਾ ਸਮਾਨ ਲਿਆਂਦਾ ਠੀਕ ਹੈ, ਅਤੇ ਬਾਕੀ ਉੱਥੇ ਬਚ ਕੇ ਉਹ ਕੰਸ ਦੇ ਉੱਤੇ ਰੱਖ ਦਿਓ, ਉਹਦੇ ਵਿੱਚੋਂ ਸਮਾਨ ਤੁਸੀਂ ਲਿਆਓ। ਇਹੀ ਕੰਮ ਬੰਬੇ ਜਾ ਕੇ ਫਿਰ ਹੋਇਆ ਕਿ ਇੱਕ ਕਾਪੀ ਲੱਗ ਗਈ, ਜਿਹਨੇ ਸਮਾਨ ਲਿਆਂਦਾ ਅਤੇ ਉਹ ਕਾਪੀ 'ਤੇ ਲਿਖ ਦਿੱਤਾ ਬਾਅਦ 'ਚ ਮਹੀਨੇ ਬਾਅਦ, ਜਿੰਨਾ ਵੀ ਤਿਲ-ਫੁਲ ਵੀ ਇਸ ਬੰਦੇ ਨੇ ਇੰਨੇ ਪੈਸੇ ਖਰਚੇ, ਇਸ ਬੰਦੇ ਨੇ ਇੰਨੇ ਪੈਸੇ ਖਰਚੇ। ਸੋ ਇਹ ਸਟਰਗਲ ਦੀਆਂ ਗੱਲਾਂ ਨੇ। ਸਟਰਗਲ ਤੋਂ ਬਾਅਦ ਹੀ ਜਦੋਂ ਬੰਦਾ ਅੱਗੇ ਆਉਂਦਾ, ਮੈਂ ਸਮਝਦਾ ਕਿ ਉਹ ਤੁਹਾਨੂੰ ਖੁਸ਼ੀ ਹੁੰਦੀ ਹੈ ਉਸ ਗੱਲ ਦੀ, ਤੁਹਾਨੂੰ ਚੰਗਾ ਲੱਗਦਾ ਕਿ ਅਸੀਂ ਆਏ ਹਾਂ। ਪਰ ਜਿਹੜੇ ਬੰਦੇ ਚਾਂਦੀ ਦਾ ਚਮਚਾ ਲੈ ਕੇ ਜੰਮੇ ਨੇ, ਜਿਨ੍ਹਾਂ ਨੇ ਕਦੇ ਔਖ ਦੇਖੀ ਨਹੀਂ, ਉਹ ਇਸ ਗੱਲ 'ਤੇ ਅਹਿਸਾਸ ਤੋਂ ਵਾਂਝੇ ਰਹਿੰਦੇ ਜਾਂਦੇ ਨੇ ਕਿ ਸਟਰਗਲ ਕੀ ਹੁੰਦੀ ਹੈ ਅਤੇ ਕਿਵੇਂ ਮੁਸ਼ਕਲਾਂ 'ਚੋਂ ਲੰਘ ਕੇ ਅਸੀਂ ਇੱਥੇ ਪਹੁੰਚੇ ਹਾਂ। ਚਲੋ ਖੈਰ, ਸੌਰੀ ਮੈਂ ਥੋੜ੍ਹਾ ਜਿਹਾ ਗੱਲ ਹੋਰ ਪਾਸੇ ਚਲੇ ਗਈ। ਸੋ ਇਹ ਥੀਏਟਰ ਵੀ ਜਿਹੜਾ ਅਸੀਂ ਕੀਤਾ ਹੈ ਥੋੜ੍ਹਾ ਦਾ ਥੀਏਟਰ ਸੀ, ਜਿਹਦੇ ਵਿੱਚ ਅਸੀਂ ਬਹੁਤ ਵੱਡੇ ਕੋਈ ਸੈੱਟ ਨਹੀਂ ਸੀ ਲਾ ਸਕਦੇ ਹੁੰਦੇ, ਬਹੁਤ ਵੱਡੀ ਕੋਈ ਲਾਈਟਿੰਗ ਨਹੀਂ ਸੀ, ਬਹੁਤ ਮਤਲਬ ਇਹ ਕਿਉਂਕਿ ਤੁਸੀਂ ਕੰਮ ਕਿਹਨਾਂ ਲੋਕਾਂ ਲਈ ਕਰ ਰਹੇ ਹੋ, ਗੱਲ ਉਹ ਸੀ ਕਿ ਅਸੀਂ ਉਹਨਾਂ ਲੋਕਾਂ ਲਈ ਜਿਹੜੇ ਸਾਡੀ ਸਮਾਜ ਦੇ ਵਿੱਚ ਬਹੁਤ ਗਿਣਤੀ ਥੋੜ੍ਹਾ ਮਾਰੇ ਲੋਕ ਨੇ, ਅਸੀਂ ਉਹਨਾਂ ਲੋਕਾਂ ਲਈ ਕੰਮ ਕਰ ਰਹੇ ਸੀ, ਅਸੀਂ ਉਹਨਾਂ ਲੋਕਾਂ ਲਈ ਥੀਏਟਰ ਕਰ ਰਹੇ ਸੀ। ਇਸ ਗੱਲ ਦਾ ਸਾਨੂੰ ਅਹਿਸਾਸ ਸੀ ਕਿ ਅਸੀਂ ਨਾਟਕ ਕਿਉਂ ਕਰ ਰਹੇ ਹਾਂ, ਕਿਹਨਾਂ ਲੋਕਾਂ ਲਈ ਤੁਸੀਂ ਨਾਟਕ ਕਰਨਾ ਹੈ।
ਜਿਹੜੇ ਬੰਦੇ ਬੜੇ ਲਗਜ਼ਰੀ ਗੱਡੀਆਂ ਦੇ ਵਿੱਚ ਥੀਏਟਰ ਕਰਨ ਆਉਂਦੇ ਸੀ, ਸਾਨੂੰ ਪਤਾ ਸੀ, ਅਸੀਂ ਉਹ ਥੀਏਟਰ ਵੀ ਦੇਖਿਆ, ਬੜੇ ਮਹਾਨਗਰਾਂ 'ਚ ਜਾ ਕੇ ਦੇਖਿਆ, ਪਰ ਅਸੀਂ ਆਮ ਆਵਾਮ ਦੀ ਆਵਾਜ਼ ਨੂੰ ਉੱਚਾ ਚੁੱਕਣ ਵਾਲੇ ਲੋਕ ਸੀ ਅਤੇ ਉਹਨਾਂ ਲਈ ਉਹ ਥੀਏਟਰ ਕੀਤਾ ਅਤੇ ਉਹਨਾਂ ਲਈ ਜਿਉਂਦੇ ਜਾਗਦੇ ਰਹੇ ਹਾਂ ਅਤੇ ਉਹਨਾਂ ਲਈ ਕੰਮ ਕਰਦੇ ਰਹਾਂਗੇ। ਸੋ ਇਹ ਮੇਰੀ ਬੰਬੇ ਦੀ ਸਟਰਗਲ ਦੀਆਂ ਗੱਲਾਂ ਸੀ ਕੁਛ ਜੋ ਯਾਦ ਆਉਂਦੀਆਂ ਨੇ। ਪਰ ਮੇਰੇ ਨਾਲ ਕੁਝ ਸਮਾਂ ਇਹ ਹੋਇਆ, ਉਸ ਤੋਂ ਬਾਅਦ ਠੀਕ ਠਾਕ ਕੰਮ ਕਾਰ ਚੱਲ ਪਿਆ, ਆਪਣੇ ਖਰਚੇ ਖੁਰਚੇ ਆਪ ਚੱਕਣ ਲੱਗ ਪਏ, ਕਿਰਾਇਆ ਭਾੜਾ ਵੀ ਆਪ ਦੇਣ ਲੱਗ ਪਏ, ਸਾਰਾ ਕੁਛ ਆਪ ਠੀਕ ਹੋਣ ਲੱਗ ਪਿਆ। ਕੋਈ ਸੀਰੀਅਲ ਕੀਤੇ, ਕੁਛ ਹਿੰਦੀ ਫਿਲਮਾਂ ਕੀਤੀਆਂ। ਸੋ ਇਸ ਤਰ੍ਹਾਂ ਕਰਕੇ ਕੰਮ ਬੰਬੇ ਦੇ ਵਿੱਚ ਹੋਇਆ। ਇਨ ਬਿਟਵੀਨ ਕੀ ਹੁੰਦਾ ਹੈ, ਮਾਂਜੀ ਹੋਰਾਂ ਦੀ, ਮਨਮੋਹਨ ਸਿੰਘ ਹੋਰਾਂ ਦੀਆਂ ਫਿਲਮ ਜੀ ਐ ਆਉਂਦੀ ਹੈ ਪੰਜਾਬ ਦੇ ਵਿੱਚ, ਉਹਦੇ ਨਾਲ ਇੱਕ ਪੰਜਾਬੀ ਸਿਨੇਮੇ ਨੂੰ ਨਵਾਂ ਮੁਕਾਮ ਮਿਲਦਾ ਹੈ, ਨਵੇਂ ਕੰਮ ਖੁੱਲ੍ਹਦੇ ਨੇ। ਸੋ ਜਿਹੜੇ ਅਸੀਂ ਐਸ ਵੇਸ਼ਭੂਸ਼ ਵਾਲੇ ਬੰਦੇ ਸੀ, ਸਰਦਾਰ ਬੰਦੇ ਸੀ, ਪੱਗ ਬੰਨ੍ਹਦੇ ਸੀ ਸਿਰ ਦੇ ਉੱਤੇ, ਸੋ ਸਾਡੇ ਲਈ ਇੱਕ ਕੰਮ ਦੇ ਇੱਕ ਰਾਹ ਖੁੱਲ੍ਹੇ ਕਿ ਸਾਡੇ ਆਪਣੀ ਸਟੇਟ ਦੇ ਵਿੱਚ ਕੰਮ ਮਿਲਣ ਲੱਗਾ ਸ਼ੁਰੂ ਹੋਇਆ। ਤਾਂ ਹੁੰਦਾ ਕੀ ਸੀ, ਅਸੀਂ ਬੰਬੇ ਤੋਂ ਆਉਂਦੇ ਸੀ ਕੰਮ ਕਰਨ ਦੇ ਲਈ, ਪੰਜਾਬ ਕੰਮ ਕਰਦੇ ਸੀ ਅਤੇ ਫਿਰ ਵਾਪਸ ਮੁੜ ਜਾਂਦੇ ਸੀ, ਘਰ-ਬਾਰ ਮਿਲ ਕੇ ਚਲੇ ਜਾਂਦੇ, ਨਾਲੇ ਸ਼ੂਟਿੰਗ ਕਰ ਲੈਂਦੇ ਸੀ। ਉਹ ਬੜਾ ਅਜੀਬ ਜਿਹਾ ਲੱਗਦਾ ਸੀ ਕਿ ਤੁਸੀਂ ਬਾਹਰੋਂ ਆਪਣੇ ਘਰ ਕੰਮ ਕਰਨ ਲਈ ਆਉਂਦੇ ਆ। ਫਿਰ ਮੈਨੂੰ ਲੱਗਿਆ ਕਿ ਨਹੀਂ, ਬੰਬੇ ਛੱਡ ਕੇ ਹੁਣ ਆਪਣੇ ਥੋੜ੍ਹੇ ਘਰ ਬਹੁਤ ਕੰਮ ਇੱਥੇ ਆ ਜਾਣਾ ਚਾਹੀਦਾ। ਫਿਰ ਅਸੀਂ ਇੱਥੇ ਸ਼ਿਫਟ ਹੋ ਗਏ ਅਤੇ ਇੱਥੇ ਕੰਮ ਕਾਰ ਸ਼ੁਰੂ ਹੋਇਆ। ਪਰ ਬੰਬੇ ਨੇ ਦਿੱਤਾ ਬਹੁਤ ਕੁਛ ਹੈ, ਸਿਖਾਇਆ ਪ੍ਰੋਫੈਸ਼ਨਲਿਜ਼ਮ ਕੀ ਹੁੰਦਾ ਹੈ, ਤੁਸੀਂ ਕਿਵੇਂ ਕੰਮ ਕਰਨਾ ਹੈ। ਜਦੋਂ ਅਸੀਂ ਇੱਥੇ ਸੀ ਪੰਜਾਬ ਦੇ, ਸਾਨੂੰ ਬੜੇ ਭੁਲੇਖੇ ਸੀ ਆਪਣੇ ਬਾਰੇ ਕਿ ਅਸੀਂ ਬਹੁਤ ਤੀਸ ਮਾਰਖਾਂ ਹਾਂ। ਬੰਬੇ ਨੇ ਸਾਰੇ ਭੁਲੇਖੇ ਦੂਰ ਕੀਤੇ ਉਹ। ਸੋ ਉੱਥੇ ਜਾ ਕੇ ਬੜੀਆਂ ਦਿੱਗਜ ਹਸਤੀਆਂ ਨੂੰ ਮਿਲਣ ਦਾ, ਉਹਨਾਂ ਨਾਲ ਕੰਮ ਕਰਨ ਦਾ ਮੌਕਾ ਸੁਭਾਗ ਪ੍ਰਾਪਤ ਹੋਇਆ। ਇੱਕ ਗੱਲ ਜਿਹੜੀ ਮੈਂ ਖਾਸ ਕਰਕੇ ਬਹੁਤ ਨੋਟ ਕਰਦਾ ਹਾਂ ਕਿ ਸਾਡੇ ਇਪਟਾ ਦੇ ਬੜੇ ਜਿਹੜੇ ਬਾਨੀ ਸੱਜਣਾ ਦੇ ਵਿੱਚੋਂ ਨੇ, ਸਾਡੇ ਬਹੁਤ ਸਤਿਕਾਰਤ AK ਹੰਗਲ ਜੀ, ਮੈਨੂੰ ਉਹਨਾਂ ਨੂੰ ਉੱਥੇ ਮਿਲਣ ਦਾ ਮੌਕਾ ਮਿਲਿਆ। ਹੰਗਲ ਸਾਹਿਬ ਉਹਨਾਂ ਦਿਨਾਂ 'ਚ ਬਿਮਾਰ ਹੁੰਦੇ ਸੀ। ਸੋ ਮੈਂ ਜਦੋਂ ਪਹਿਲੀ ਵਾਰ ਮਿਲਿਆ, ਮੈਂ ਉਹਨਾਂ ਨੂੰ ਦੱਸਿਆ ਜਾ ਕੇ ਜੀ ਮੈਂ ਗੁਰਸ਼ਰਨ ਸਿੰਘ ਨਾਲ ਕੰਮ ਕਰਦਾ ਰਿਹਾ, ਤਾਂ ਗੁਰਸ਼ਰਨ ਭਾਈ ਦੇ ਬਹੁਤ ਚੰਗੇ ਵਾਕਫ ਸੀ, ਮੈਨੂੰ ਬਹੁਤ ਸਾਰਾ ਪਿਆਰ ਦਿੱਤਾ ਉਹਨਾਂ ਨੇ। ਅਤੇ ਮੈਂ ਕਿਹਾ ਵੀ ਕਦੇ ਮੈਂ ਜਦੋਂ ਵਿਹਲਾ ਹੋਵਾਂ ਤੁਹਾਨੂੰ ਮਿਲਣ ਆ ਜਾ ਕਰਾਂ ਜੀ। ਅਕਸਰ ਜ਼ਿਆਦਾ ਟਾਈਮ ਵਿਹਲੇ ਹੁੰਦੇ ਸੀ। ਉਹ ਕਹਿੰਦੇ ਹਾਂ ਬੇਟਾ ਆ ਜਾ ਕਰੋ। ਫਿਰ ਮੈਂ ਉਹਨੂੰ ਮਿਲਣ ਚਲਾ ਜਾਣਾ ਨਹੀਂ, ਬੈਠਣਾ, ਚਾਹ ਚੂ ਪੀਣੀ, ਗੱਲਾਂ ਬਾਤਾਂ ਕਰਨੀਆਂ। ਤਾਂ ਇੱਕ ਦਿਨ ਕੀ ਹੋਇਆ, ਉੱਥੇ ਗੱਲਾਂ ਬਾਤਾਂ ਕਰਦੇ ਚਾਹ ਪੀ ਕੇ ਹਟੇ ਸੀ, 15-20 ਮਿੰਟ ਹੋਏ ਸੀ, ਅਤੇ ਜੌਨੀ ਲੀਵਰ ਜੀ ਉਹਨਾਂ ਨੂੰ ਮਿਲਣ ਲਈ ਆਏ। ਜੌਨੀ ਲੀਵਰ ਉਸ ਟਾਈਮ ਉੱਥੋਂ ਦੀ ਜਿਹੜੀ ਆਰਟਿਸਟਾਂ ਦੀ ਸੰਸਥਾ ਸੈਂਟਾ, ਉਹਦੇ ਪ੍ਰਧਾਨ ਸੀ। ਤਾਂ जॉनी लीवर कहते भी सर मैंने सोचा था कि जाने से पहले आपसे मिलता जाऊं, मैं 2-3 से सोच रहा था भी, इसलिए मैं मिलने आ गया हूँ, आधा घंटा पहले शूटिंग से आ गया हूँ। बड़िया उन्हें गल्लां बातां सुनाइयां, फिल्म लाइन दियां गल्लां बातां, बड़े चुटकुले सुनाए, असीं बड़े हੱਸੇ खुल के। ਤਾਂ फिर आधे घंटे बाद वो कहते जी भी मैनू इजाजत दिओ, हुण मैं शूटिंग ते जाना। अंकल साहब कहते हाँ बेटा, काम तो पहले काम करो। जॉनी लीवर जी तुरन लगे तो उन्होंने अपनी जेब के विचों ना 100 के नोटां ਦੀਆਂ 2 गठियां कढ़ के अंकल साहब के सराहने थले रखतियां। ये गल मैं भी देखी तो अंकल साहब ने भी देख ली। अंकल साहब कहते भी बेटा पैसों की ज़रूरत नहीं है, पैसे ज़रूरत होगी तो मैं मांग लूँगा, कोई बात नहीं, पैसे मेरे पास हैं अभी। तो जॉनी जी कहते भी सारे मेरे पैसे नहीं है, थोड़े पैसे, साढ़े बहुत सारे पैसे ने। सो मैनू तो जॉनी जी ने दसिया कि जदों ये संस्थावां शुरू होंदियां तां ये वो सज्जण ने, बानी सज्जण ने, जिन्हां ने उहदे विच बहुत बड़े योगदान पाए। सो बहुत बड़ा कंट्रीब्यूशन किया। जिन्ने पैसे कमाए उन्हां विचों कुछ % पैसों की ये संस्थावां नूं दिंदे रहे। इस करके संस्थावां इहो ਜਿਹੇ सज्जणां दे, इहो ਜਿਹੇ लोगों के सिर ते खड़ियां होंदियां ने। सो ये गल ਜਦੋਂ मैं वापस आ रहा सी, तुरिया उन्हां दे घर तो अपने कमरे ਵੱਲ ਨੂੰ, मेरे मन च बड़ी असर की कि जिहड़ा करैक्टर आर्टिस्ट है उन्होंने जो भी कोई दिक्कत आए तो यहो जी संस्था कोई जरूर होनी चाहिए है कि जां जिहड़ा बंदा उहदी कोई फाइनैंशियली हैल्प कर सके, उन्होंने कोई मॉरल सपोर्ट दे सके। सो ये गल मेरे इत्थे आके पंजाब च कम आई कि साडी पंजाब दे विच मिस्टर JS चीमा होरी, शविंदर माहल होरी, बीबी वर्मा, परमजीत भंगू होरी, डॉक्टर रणजीत शर्मा होर किन्ने सारे लोग साडे जिहड़े ऑलरेडी एक संस्था दी यतन कर रहे सी। सो मैनू भी माल साहब ने उन्होंने मिलाया तो एक संस्था इस तरह करके नॉर्थ जोन फिल्म एंड TV आर्टिस्ट एसोसीएशन होंद विच आउंदी है। सो उहदे विच काम करन दा सुभाग प्राप्त हुंदा है। सो इस तरह करके जिंदगी दे विच अगे वधदे गए जी। मैं पहला भी जिक्र किया कि मैनू शौक सी पढ़न दा, लिखण दा। कदे कदे मैं अखबारां नूं अपना लेख भेज दिंदा सी, लिख के पंजाबी ट्रिब्यून च मेरे बहुत सारे लेख छपे, आम जन जीवन बारे लेख छड़ी सी। फिर मेरी एक दिल च तमन्ना सी कि साडा जिहड़ा पिंड है, रौणी पिंड है, उहदे बारे बजुर्गों तो सुणदे हुंदे सी कि साडा पिंड किसी टाइम थे हो गया सी, ढह ढेरी हो गया सी, दुबारे बाਅਦ ਵਿੱਚ बसिया आके। सो साडे पिंड दे एक बजुर्ग सरदार जैब सिंह हुण तां इस दुनिया 'ਚ नहीं रहे। ਉਹ
ਮੇਰੀ ਸੋਝੀ ਦੇ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਸੀ। ਉਹ ਸੁਣਨ 'ਚ ਆਇਆ, ਕੋਈ ਕਹਿੰਦਾ 107 ਸਾਲ ਦੇ ਸੀ, ਕੋਈ ਕਹਿੰਦਾ 104 ਸਾਲ ਦੇ ਸੀ। ਐਗਜ਼ੈਕਟ ਉਮਰ ਤਾਂ ਨਹੀਂ ਪਤਾ, ਪਰ ਉਹ ਦੱਸਦੇ ਹੁੰਦੇ ਨੇ ਕਿ ਜਦੋਂ ਹੱਲੇ ਪਏ, ਜਦੋਂ ਸੰਨ 47 ਹੋਇਆ, ਉਦੋਂ ਮੈਂ ਪੂਰੀ ਸੋਝੀ ਸੀ, ਮੈਂ ਕਾਫੀ ਵੱਡਾ ਸੀ। ਸੋ ਮੈਨੂੰ ਲੱਗਦਾ ਸੀ ਵੀ ਇਹਨਾਂ ਬਜ਼ੁਰਗਾਂ ਕੋਲ ਬਹੁਤ ਸਾਰੀ ਜਾਣਕਾਰੀ ਹੈ। ਸੋ ਉਸ ਜਾਣਕਾਰੀ ਨੂੰ ਲੈ ਕੇ ਮੈਂ ਇੱਕ ਕਿਤਾਬ ਲਿਖਣੀ ਸ਼ੁਰੂ ਕੀਤੀ ਪਿੰਡ ਬਾਰੇ, ਕਿ ਸਾਡਾ ਪਿੰਡ ਕਦੋਂ ਵਸਿਆ ਅਤੇ ਪਿੰਡ ਦੇ ਵਿੱਚ ਬਿਜਲੀ ਕਦੋਂ ਆਉਂਦੀ ਹੈ, ਪਿੰਡ ਦੇ ਵਿੱਚ ਖੂਹ ਕਿਹੜੇ ਲੱਗਦੇ ਨੇ, ਪਹਿਲਾਂ ਪਿੰਡ ਦੇ ਵਿੱਚ ਪਹਿਲੀ ਮੋਟਰ ਕਦੋਂ ਲੱਗਦੀ ਹੈ, ਟਿਊਬਵੈੱਲ ਕਦੋਂ ਲੱਗਦਾ ਹੈ, ਪਿੰਡ ਦੇ ਲੋਕਾਂ ਦਾ ਜਨ ਜੀਵਨ ਕਿਹੋ ਜਿਹਾ ਸੀ, ਪਿੰਡ 'ਚ ਪਹਿਲੀ ਪੰਚਾਇਤ ਕਦੋਂ ਬਣਦੀ ਹੈ, ਤਾਂ ਪੰਚ ਸਰਪੰਚ ਲੋਕ ਕੌਣ ਬਣਦੇ ਨੇ। ਸੋ ਇਸ ਤਰ੍ਹਾਂ ਕਰਕੇ ਉਹ ਪਿੰਡ ਦੇ ਜਨ ਜੀਵਨ 'ਤੇ ਮੇਰੀ ਕਿਤਾਬ, ਜਿਹਦਾ ਨਾਮ ਵਿਰਾਸਤੀ ਪੈੜਾ ਹੈ, ਉਹ ਕਿਤਾਬ ਲਿਖਣੀ। ਸੋ ਉਹ ਕੰਮਾਂ ਨੂੰ ਕਰਦੇ ਕਰਦੇ ਇੱਕ ਜਿਹੜੀ ਹੋਰ ਗੱਲ ਮੈਂ ਦੱਸਣੀ ਚਾਹੁੰਦਾ, ਉਹ ਇਹ ਸੀ ਕਿ ਜਿਹੜੀ ਇਹ ਲਾਈਨ ਹੈ, ਕਲਾਕਾਰੀ ਦੀ ਲਾਈਨ ਹੈ, ਇਹ ਤੁਹਾਨੂੰ ਆਮ ਤੋਂ ਖਾਸ ਬਣਾਉਣ ਦਾ ਅਹਿਸਾਸ ਦਿੰਦੀ ਹੈ। ਜਿਹਨੂੰ ਲੋਕ ਸੈਲੀਬ੍ਰਿਟੀ ਕਹਿੰਦੇ ਨੇ, ਉਹ ਕਹਿੰਦੇ ਵੀ ਇਹ ਸੈਲੀਬ੍ਰਿਟੀ ਬੰਦਾ ਹੈ, ਪਰ ਉਹ ਕਦੇ ਕਦੇ ਸਾਨੂੰ ਐਂ ਲੱਗਦਾ ਹੁੰਦਾ ਵੀ ਅਸੀਂ ਤਾਂ ਕੋਈ ਸੈਲੀਬ੍ਰਿਟੀ ਨਹੀਂ, ਅਸੀਂ ਤਾਂ ਇਸੇ ਧਰਤੀ 'ਚ ਉੱਠੇ ਹਾਂ, ਇਹੀ ਕੰਮ ਕਰਦੇ ਹਾਂ। ਪਹਿਲਾਂ ਵੀ ਜਦੋਂ ਸੋਝੀ ਸੰਭਲੀ ਉਦੋਂ ਵੀ ਖੇਤੀਬਾੜੀ ਕਰਦੇ ਸੀ ਨਾਲ ਨਾਲ, ਅੱਜ ਵੀ ਖੇਤੀਬਾੜੀ ਕਰਦੇ ਹਾਂ ਨਾਲ ਨਾਲ। ਸੋ ਇਸੇ ਕਰਕੇ ਜਦੋਂ ਵੀ ਕਿਸੇ ਜਨ ਅੰਦੋਲਨ ਦੀ ਗੱਲ ਹੁੰਦੀ ਹੈ, ਚਾਹੇ ਉਹ ਕਿਸਾਨੀ ਅੰਦੋਲਨ ਦੀ ਗੱਲ ਹੋਵੇ, ਕਿਉਂਕਿ ਜਦੋਂ ਅਸੀਂ ਨਾਟਕ ਕਰਨੇ ਸ਼ੁਰੂ ਕੀਤੇ ਗੁਰਸ਼ਰਨ ਭਾਈ ਦੇ ਨਾਲ ਜਾਂ ਚੇਤਨਾ ਕਲਾ ਮੰਚ ਰਾਹੀਂ ਅਲੱਗ-ਅਲੱਗ ਜਗ੍ਹਾ ਨਾਟਕ ਕਰਨ ਜਾਂਦੇ ਸੀ, ਉਦੋਂ ਸਾਡੇ ਨਾਟਕ ਕਰਵਾਉਣ ਵਾਲੇ ਜਿਹੜੇ ਲੋਕ ਹੁੰਦੇ ਸੀ, ਉਹ ਲਹਿਰਾਂ ਨਾਲ ਜੁੜੇ ਲੋਕ ਸੀ, ਜਾਂ ਫਿਰ ਉਹ ਪਿੰਡ ਦੀਆਂ ਪੰਚਾਇਤਾਂ ਨਾਲ ਜੁੜੇ ਲੋਕ ਸੀ, ਜਾਂ ਫਿਰ ਉਹ ਨੌਜਵਾਨ ਸਭਾਵਾਂ ਦੇ ਲੋਕ ਸੀ, ਜਿਹੜੇ ਲੋਕ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਲੋਕ ਸੀ, ਜਿਹੜੇ ਲੋਕ ਸਮਾਜ ਦੇ ਵਿੱਚ ਨਵੇਂ ਸਮਾਜ ਦੀ ਕਲਪਨਾ ਕਰਨ ਵਾਲੇ ਲੋਕ ਸੀ। ਸੋ ਉੱਥੋਂ ਸਾਨੂੰ ਇਹ ਗੱਲਾਂ ਦੀ ਚੇਟਕ ਲੱਗੀ, ਉੱਥੋਂ ਸਾਨੂੰ ਲੱਗਿਆ ਕਿ ਧਰਤੀ 'ਤੇ ਸਿਰਫ ਇੱਕ ਇਨਸਾਨ ਇਹੋ ਜਿਹਾ ਬੰਦਾ ਹੈ ਜਿਹੜਾ ਆਪਣੇ ਜਨ ਜੀਵਨ ਨੂੰ ਹੋਰ ਸੋਹਣਾ ਬਣਾ ਸਕਦਾ। ਸੋ ਇਸ ਤਰ੍ਹਾਂ ਚੱਲ ਸਿਲਸਿਲਾ ਸ਼ੁਰੂ ਹੋਇਆ। ਪਹਿਲੀ ਫਿਲਮ, ਨਾਟਕ ਤਾਂ ਮੈਂ ਬਹੁਤ ਸਾਰੇ ਕੀਤੇ, ਸੀਰੀਅਲਸ ਹੁਣ ਤਾਂ ਇਹ ਵੀ ਯਾਦ ਨਹੀਂ। ਪਹਿਲੀ ਫਿਲਮ ਮੈਨੂੰ ਲੱਗਦਾ ਇੱਕ ਮੈਂ ਜਿਹੜੀ ਕੀਤੀ ਸੀ, ਉਹਦੇ 'ਚ ਹਿੰਦੀ ਫਿਲਮ ਸੀ, ਸ਼ਾਇਦ ਇਰਾਦਾ ਉਹਦਾ ਨਾਂ ਸੀ, ਨਾਂ ਵੀ ਮੈਂ ਭੁੱਲ ਗਿਆ, ਮੈਂ ਦੇਖੀ ਤਾਂ ਹੈ ਨਹੀਂ, ਪਤਾ ਨਹੀਂ ਆਈ ਕਿ ਨਹੀਂ ਆਈ। ਪੰਜਾਬੀ ਫਿਲਮ ਜਿਹੜੀਆਂ ਮੈਨੂੰ ਲੱਗਦਾ ਸ਼ੁਰੂਆਤੀ ਦੌਰ ਦੀਆਂ, ਉਹ ਮੈਨੂੰ ਅੱਗੇ ਪਿੱਛੇ ਤਾਂ ਪਤਾ ਨਹੀਂ। ਫਿਲਮ ਸੀ ਜੱਗ ਜਿਉਂਦਿਆਂ ਦੇ ਮੇਲੇ। ਇਸ ਤਰ੍ਹਾਂ ਕਰਕੇ ਕੁਛ ਫਿਲਮਾਂ ਚੱਲ ਕੇ ਕੰਮ ਕਰਦੇ ਗਏ। ਅੱਜ ਮੈਨੂੰ ਲੱਗਦਾ ਕਿ ਲਗਭਗ ਜਿਹੜੀਆਂ ਮੇਰੀਆਂ 107 ਪੰਜਾਬੀ ਫਿਲਮਾਂ ਜਿਹੜੀਆਂ ਉਹ ਰਿਲੀਜ਼ ਹੋਈਆਂ, ਬਹੁਤ ਸਾਰੀਆਂ ਕੁਝ ਫਿਲਮਾਂ ਰਿਲੀਜ਼ ਹੋਣ ਵਾਲੀਆਂ ਨੇ, ਜਿਨ੍ਹਾਂ ਵਿੱਚ 16-17 ਫਿਲਮਾਂ ਹਿੰਦੀ ਵੀ ਨੇ, 2 ਇੰਗਲਿਸ਼ ਫਿਲਮਾਂ ਨੇ। ਸੋ ਸੀਰੀਅਲਸ ਨੇ ਬਹੁਤ ਸਾਰੇ, ਜਦੋਂ ਮੈਂ ਬੰਬੇ ਰਿਹਾ ਤਾਂ ਸੀਰੀਅਲਸ ਬਹੁਤ ਸਾਰੇ ਕੀਤੇ। ਸੋ ਇਸ ਤਰ੍ਹਾਂ ਸਮੇਂ ਕੰਮ ਸ਼ੁਰੂ ਹੋ ਕੇ ਚੱਲਦਾ ਰਿਹਾ। ਇੱਕ ਜਿਹੜਾ ਇਹ ਭਰਮ ਜਾਲ ਟੁੱਟਣਾ ਚਾਹੀਦਾ ਹੈ ਕਿ ਇਹ ਰੱਬ ਨੇ ਕੋਈ ਖਾਸ, ਕੁਦਰਤ ਨੇ ਕੋਈ ਖਾਸ ਲੋਕ ਬਣਾ ਕੇ ਭੇਜੇ ਨੇ ਜਿਹੜੇ ਵੱਡੇ ਅਹੁਦਿਆਂ 'ਤੇ ਹੁੰਦੇ ਨੇ। ਉਹਨਾਂ ਨੂੰ ਪਿੱਛੇ ਜਾਣ ਦੀ ਲੋੜ ਹੈ ਕਿ ਬਹੁਤ ਸਾਰੀ ਮਿਹਨਤ ਜ਼ਰੂਰ ਹੁੰਦੀ ਹੈ। ਸਾਨੂੰ ਨਜ਼ਰ ਉਦੋਂ ਆਉਂਦੀ ਹੈ ਜਦੋਂ ਬੰਦਾ ਕਿਸੇ ਮੁਕਾਮ 'ਤੇ ਪਹੁੰਚ ਜਾਂਦਾ ਹੈ, ਪਰ ਉਹ ਕਦੋਂ ਦਾ ਲੱਗਿਆ ਹੋਇਆ, ਉਹ ਕੀ ਕਰ ਰਿਹਾ ਹੈ, ਐਨੇ ਟਾਈਮ ਤੋਂ ਕਿੱਥੇ ਟੱਕਰਾਂ ਖਾ ਰਿਹਾ ਹੈ, ਕਿੱਥੇ ਸਟਰਗਲ ਕਰ ਰਿਹਾ ਹੈ, ਇਹ ਸਾਨੂੰ ਨਹੀਂ ਪਤਾ ਹੁੰਦਾ। ਸੋ ਮੈਂ ਸਮਝਦਾ ਕਿ ਇਹ ਸਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ। ਸੋ ਅੱਜ ਮੈਂ ਜਿਸ ਮੁਕਾਮ 'ਤੇ ਹੈਗਾ, ਜਿੰਨੇ ਕੁ ਲੋਕ ਸਾਨੂੰ ਜਾਣਦੇ ਨੇ, ਮੇਰੀ ਇੱਕ ਬਕਾਇਦਾ ਇਹ ਅਪੀਲ ਹੁੰਦੀ ਹੈ, ਕਿਉਂਕਿ ਬਹੁਤ ਸਾਰੇ ਲੋਕ ਨੂੰ ਇਹ ਹੁੰਦਾ ਕਿ ਜਿੱਥੋਂ ਚੱਲੇ ਨੇ ਉਹਨੂੰ ਲੋਕ ਭੁੱਲ ਜਾਂਦੇ ਨੇ, ਉਹਨੂੰ ਲੋਕ ਛੱਡ ਦਿੰਦੇ ਨੇ। ਪਰ ਮੈਂ ਅੱਜ ਜ਼ਰੂਰ ਇੱਕ ਹਰ ਜਗ੍ਹਾ ਇਹ ਗੱਲ ਕਹਿੰਦਾ ਹੁੰਦਾ ਕਿ ਸਾਡਾ ਕਲਚਰ, ਸਾਡੀ ਮਾਂ ਬੋਲੀ, ਇਹ ਸਾਡੇ ਲਈ, ਸਾਡੇ ਨਾਲ ਜੁੜੀ ਰਹਿਣੀ ਹਮੇਸ਼ਾ ਬਹੁਤ ਜ਼ਰੂਰੀ ਹੈ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਕਲਚਰ ਸਾਡੀ ਆਉਣ ਵਾਲੀ ਜਨਰੇਸ਼ਨ ਤੱਕ ਸਾਂਭਿਆ ਜਾਂਦਾ ਰਹੇ, ਜਾਂ ਸਾਡੀ ਜਿਹੜੀ ਮਾਂ ਬੋਲੀ ਹੈ ਇਹਦਾ ਪ੍ਰਸਾਰ ਅਤੇ ਪ੍ਰਚਾਰ ਇਸ ਤਰ੍ਹਾਂ ਹੁੰਦਾ ਰਹੇ, ਤਾਂ ਸਾਡੇ ਕੋਲ ਸਿਨੇਮਾ, ਟੈਲੀਵਿਜ਼ਨ, 2 ਇਹੋ ਜਿਹੇ ਸਾਧਨ ਬਚੇ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਵਿਦਵਾਨਾਂ ਦੇ ਜਿਹੜੇ ਲਿਖੇ ਕਥਨ ਨੇ, ਵਿਦਵਾਨਾਂ ਦੀਆਂ ਲਿਖੀਆਂ ਕਿਤਾਬਾਂ ਨੇ, ਉਹ ਜਿਹੜੀਆਂ ਲਾਇਬ੍ਰੇਰੀਆਂ 'ਚ ਪਈਆਂ ਨੇ, ਜਿਨ੍ਹਾਂ ਨੂੰ ਕੋਈ ਖੋਲ੍ਹ ਕੇ ਨਹੀਂ ਦੇਖ ਰਿਹਾ, ਜਿਨ੍ਹਾਂ ਤੋਂ ਸਾਡੀ ਜਨਰੇਸ਼ਨ ਦੂਰ ਹੁੰਦੀ ਜਾਂਦੀ ਹੈ। ਸੋ ਸਿਨੇਮਾ, ਟੈਲੀਵਿਜ਼ਨ ਉਹਨਾਂ 2 ਚੀਜ਼ਾਂ ਨੂੰ ਕੈਰੀ ਕਰ ਸਕਦਾ। ਇਸ ਕਰਕੇ ਸਾਡੀ ਨਵੀਂ ਜਨਰੇਸ਼ਨ ਨੂੰ ਇਹਦੇ ਨਾਲ ਜੋੜਨ ਦੀ ਲੋੜ ਹੈ। ਅਸੀਂ ਜੁੜੀਏ, ਸਿਨੇਮੇ ਨੂੰ ਪਿਆਰ ਕਰੀਏ, ਆਪਣੀ ਮਾਂ ਬੋਲੀ ਦੇ ਸਿਨੇਮੇ ਨੂੰ ਪਿਆਰ ਕਰੀਏ। ਦੇਖੋ ਬਹੁਤ ਸਾਰੀਆਂ ਸਾਊਥ ਵਰਗੀਆਂ ਸਟੇਟਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੇ ਆਪਣੇ ਸਿਨੇਮੇ ਨੂੰ ਬਹੁਤ ਵੱਡਾ ਕੀਤਾ, ਉਹਦੇ ਨਾਲ ਉਹਨਾਂ ਦਾ ਕਲਚਰ ਵੱਡਾ ਹੋਇਆ, ਉਹਨਾਂ ਨਾਲ ਉਹਨਾਂ ਦੀ ਬੋਲੀ ਵੱਡੀ ਹੋਈ ਹੈ। ਸੋ ਸਾਡਾ ਵੀ ਇਹ ਫਰਜ਼ ਹੋਣਾ ਚਾਹੀਦਾ ਕਿ ਅਸੀਂ ਆਪਣੀ ਮਾਂ ਬੋਲੀ ਨਾਲ ਜੁੜੇ ਜਿਹੜੇ ਸਾਧਨ ਨੇ ਉਹਨਾਂ ਨੂੰ ਹੋਰ ਵੱਡਾ ਕਰੀਏ, ਤਾਂ ਕਿ ਸਾਡੀਆਂ ਜਨਰੇਸ਼ਨਾਂ ਤੱਕ ਸਾਡਾ ਵਿਰਸਾ, ਸਾਡਾ ਕਲਚਰ ਇਸੇ ਤਰ੍ਹਾਂ ਪਹੁੰਚਦਾ ਰਹੇ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ।